अपना गुरप्रीत सिंह संधू हाजर लैके अज का मुद्दा लाइव मेरे नाल जुड़ चुके हैं कमर मंजल साहब। मंजल साहब तुहाडा हार्दिक स्वागत जी। पहला बहुत बहुत धन्यवाद संधू साहब, सारे श्रोतिਆਂ ਨੂੰ प्यार भरी सत श्री अकाल जी। और उम्मीद करते हैं कि साडे जिहड़े सारे श्रोते दर्शक ने वो आपो अपने ठिकाने उत्ते बिल्कुल जिहड़े तंदुरुस्त ठीक ठाक होणगे, आपो अपने कामां कारां 'च भी लगे हुंदे ने लोग, ते नाल जिहड़े दर्शक स्पैशल तौर ते साडे नाल जुड़दे ने अपने काम कार छड्ड के भी विच इस समय दे उत्ते साडे नाल जिहड़े वो जुड़ जांदे ने, ते उन्हां सारिਆਂ दा धन्नवाद। ते जिੱਥੋਂ तक भी ये लिंक जांदा साडे वीडियो ਨੂੰ ਜਿਹੜੇ लोग शेयर करते हैं ਅਸੀਂ ਉਹਨਾਂ ਦਾ भी पहला धन्नवाद करती है। तो खबरों का सिलसिला अज का शुरू करते हैं। मंजल साहब, एक अखबार दे विच अंकड़े अज आए ने, ये बड़े एक पेचीदा हालात बनते नजर आए। 7 साल हो गए एक कानून बनाया सी कि ਜਿਹੜੇ ਬੰਦੇ ਨਸ਼ਿਆਂ ਦਾ ਕਾਰੋਬਾਰ ਕਰਦੇ, ਤਸਕਰੀ ਕਰਦੇ, ਜਿਹਦੇ ਨਾਲ ਸਾਡੀ ਜਿਹੜੀ ਜਵਾਨੀ ਜਿਹੜੀ ਆ ਬਰਬਾਦ ਹੁੰਦੀ ਆ, ਸਾਡੇ ਬੱਚਿਆਂ ਦਾ ਭਵਿੱਖ ਖਰਾਬ ਹੁੰਦਾ, ਤੇ ਨਾਲ ਸਾਡੇ ਜਿਹੜੇ ਪੈਸੇ ਦੀ ਜਿਹੜੀ ਲੁੱਟ ਹੁੰਦੀ ਹੈ। ਸਰਕਾਰ ਨੇ ਨਿਯਮ ਬਣਾਇਆ ਸੀਗਾ 2017 ਦੇ ਵਿੱਚ ਕਿ ਜਿਹੜਾ ਵੀ ਕੋਈ ਇਸ ਤਰ੍ਹਾਂ ਦਾ ਨਸ਼ੇ ਦੀ ਸਮਗਲਿੰਗ ਕਰਦਾ ਪਾਇਆ ਜਾਊਗਾ, ਉਹਦੀ ਜਿਹੜੀ ਪ੍ਰਾਪਰਟੀ ਆ ਉਹਨੂੰ ਕੁਰਕ ਕਰ ਲਿਆ ਜਾਊਗਾ। 7 ਸਾਲ ਬੀਤ ਗਏ ਨੇ। 7 ਸਾਲ ਦੇ ਵਿੱਚ 692 ਤਸਕਰ ਜਿਹੜੇ ਆ ਉਹ ਰਡਾਰ ਤੇ ਨੇ। ਉਹਨਾਂ ਦੇ ਅੰਕੜੇ ਇਕੱਠੇ ਕੀਤੇ ਜਾ ਚੁੱਕੇ ਨੇ। 349 ਕਰੋੜ ਰੁਪਏ ਦੀ ਜਾਇਦਾਦ ਜਿਹੜੀ ਹੈ ਉਹਦਾ ਪਤਾ ਲਾਇਆ ਜਾ ਚੁੱਕਾ। 538 ਦੀ ਜਿਹੜੀ ਹੈ ਉਹਨਾਂ ਚੋਂ ਪ੍ਰਾਪਰਟੀ ਫਰੀਜ਼ ਕਰ ਲਈ ਗਈ ਹੈ। ਪਰ ਸਮਝ ਨਹੀਂ ਆ ਰਹੀ, ਬੋਲ ਕਦੀ ਜਾਂਦੀ ਹੈ ਕੇਂਦਰ ਦੇ ਖਾਤੇ 'ਚ ਤੇ ਕਦੇ ਆਉਂਦੀ ਹੈ ਸਟੇਟ ਦੇ ਖਾਤੇ 'ਚ, ਤੇ ਕਹਿੰਦੇ ਹੁਣ ਤੱਕ ਕੁਰਕੀ ਕਿਸੇ ਇੱਕ ਵੀ ਨਸ਼ਾ ਤਸਕਰ ਦੀ ਜਿਹੜੀ ਨਹੀਂ ਹੋ ਪਾ ਰਹੀ। ਕਿਵੇਂ ਦੇਖਦੇ ਹੋ ਇਸ ਮੁੱਦੇ ਨੂੰ? ਸੰਧੂ ਸਾਹਿਬ, ਇਹ ਬੜਾ ਵਧੀਆ ਡਿਸੀਜਨ 2017 ਚ ਸਰਕਾਰ ਨੇ ਲਿਆ ਸੀ ਵੀ ਜਿਹੜਾ ਵੀ ਨਸ਼ੇ ਨਾਲ ਰਿਲੇਟਡ ਤਸਕਰ ਨਾਮਜ਼ਦ ਹੋ ਜਾਏਗਾ ਜਾਂ ਪਤਾ ਲੱਗ ਜਾਏਗਾ ਕਿ ਨਸ਼ੇ ਦਾ ਕਾਰੋਬਾਰ ਕਰਦਾ, ਉਹਦੀ ਪ੍ਰਾਪਰਟੀ ਕੁਰਕ ਕਰ ਲਈ ਜਾਏਗੀ। ਔਰ ਇਹ ਬੜੀ ਸ਼ਰਮਿੰਦਗੀ ਦੀ ਗੱਲ ਹੈ ਕਿ ਅੱਜ 7 ਸਾਲ ਲੰਘ ਜਾਣ ਦੇ ਬਾਵਜੂਦ ਵੀ ਕਿਸੇ ਇੱਕ ਦੀ ਵੀ ਪ੍ਰਾਪਰਟੀ ਜਿਹੜੀ ਆ ਉਹ ਕੁਰਕ ਨਹੀਂ ਹੋ ਸਕੀ। ਫਰੀਜ਼ ਕਰ ਦਿੱਤੀਆਂ, ਉਹ ਵੇਚਣ ਦਾ ਰੋਕਥਾਮ ਲੱਗ ਗਈ, ਬਟ ਲੇਕਿਨ ਉਹ ਪ੍ਰਾਪਰਟੀ ਸਰਕਾਰ ਦੀ ਨਹੀਂ ਹੋਈ। ਤੇ ਇਹ ਬੜੀ ਨਮੋਸ਼ੀ ਦੀ ਗੱਲ ਹੈ। 7 ਸਾਲ ਦਾ ਲੰਬਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਜੇ ਅਸੀਂ ਕੁਰਕੀ ਨਹੀਂ ਕਰ ਸਕੇ, ਤੇ ਇਹਦੇ ਲਈ ਅਗਰ ਸੈਂਟਰ ਸਰਕਾਰ ਜਾਂ ਪੰਜਾਬ ਸਰਕਾਰ ਦੋਨੋਂ ਰਲ ਮਿਲ ਕੇ ਕੋਈ ਮਸੌਦਾ ਐਸਾ ਤਿਆਰ ਕਰਨ ਵੀ ਇਹਨਾਂ ਦੀਆਂ ਪ੍ਰਾਪਰਟੀਆਂ ਨੂੰ ਕੁਰਕ ਕਰਕੇ ਤੇ ਉਹ ਮੁੱਖ ਧਾਰਾ 'ਚ ਜਿਹੜਾ ਪੈਸਾ ਆ ਸਰਕਾਰਾਂ ਦੇ ਵਰਤਣਯੋਗ ਲਿਆਂਦਾ ਜਾ ਸਕੇ, ਔਰ ਇਸ ਦੇ ਨਾਲ ਹੀ ਇੱਕ ਐਗਜ਼ਾਮਪਲ ਸੈੱਟ ਹੋ ਸਕੇਗੀ ਜੀ। ਜਿਹੜੇ ਨਵੇਂ ਇਹ ਪੈਸੇ ਦੀ ਦੌੜ ਦੇ ਵਿੱਚ ਲੋਕ ਨਸ਼ੇ ਦੇ ਕਾਰੋਬਾਰ ਵੱਲ ਨੂੰ ਵੱਧ ਜਾਂਦੇ ਨੇ, ਭੱਜਦੇ ਨੇ, ਤੇ ਜਦੋਂ ਜਾਇਦਾਦਾਂ ਕੁਰਕ ਹੋ ਜਾਣਗੀਆਂ, ਪਤਾ ਵਾ ਵੀ ਸਾਰਾ ਕੁਝ ਖੇਸਵਾ ਹੋ ਜਾਏਗਾ, ਤੇ ਉਸ ਤੋਂ ਬਾਅਦ ਲੋਕ ਹਿੰਮਤ ਨਹੀਂ ਕਰਨਗੇ ਇਸ ਪਾਸੇ ਨੂੰ ਵਧਣ ਦੀ। ਪਰ ਲੇਕਿਨ ਕਾਨੂੰਨ ਦੇ ਵਿੱਚ ਲੂਪਹੋਲ ਹੀ ਇੰਨੇ ਕੁ ਜ਼ਿਆਦੇ ਨੇ ਸਾਡੇ ਵਿੱਚ ਵੀ ਲੋਕ ਮੁੜ ਕੇ ਕੋਰਟਾਂ ਦੇ ਮਸਲਿਆਂ 'ਚ ਉਲਝਾ ਲੈਂਦੇ ਨੇ, ਤੇ ਕੋਈ ਵੀ ਕੰਮ ਜਿਹੜਾ ਨਾ ਉਹ ਇੱਕ ਨੇਪਰੇ ਸਿਰੇ ਲਾਈਨ ਤੱਕ ਲੱਗਣ ਦੀ ਤੌਫੀਕ 'ਚ ਆਉਂਦਾ ਨਹੀਂ। ਮੈਂ ਅੱਜ ਇੱਕ ਨਿਊਜ਼ ਪੜ੍ਹ ਰਿਹਾ ਸੀਗਾ ਕਿ ਕਿਸੇ DSP ਨੇ ਫਿਰੋਜ਼ਪੁਰ ਦੇ ਨੇ ਕੋਈ ਚਿੱਠੀ ਲਿਖੀ ਆ, ਤੇ 11 ਪੁਲਿਸ ਮੁਲਾਜ਼ਮਾਂ ਦਾ ਵੇਰਵਾ ਉਹਦੇ ਵਿੱਚ ਦਿੱਤਾ ਗਿਆ ਕਿ ਜਿਹੜਾ ਨਸ਼ਾ ਤਸਕਰਾਂ ਨਾਲ ਰਲ ਕੇ ਕਾਰੋਬਾਰ ਕਰ ਰਹੇ ਨੇ, ਤੋਂ ਬੜੀ ਅਹਿਮ ਪੋਸਟ ਤੇ ਉਹ SHO ਦੀ ਐਸ ਪ੍ਰੈਜ਼ੈਂਟ ਡਿਊਟੀ ਆ, ਜਿਹਦੇ ਤੇ ਹੁਣ ਇਨਕੁਆਇਰੀ ਕਰ ਰਹੀ ਹੈ ਪੰਜਾਬ ਸਰਕਾਰ। ਇਹ ਸੰਧੂ ਸਾਹਿਬ ਬੜੇ ਚਿੰਤਾ ਦੇ ਵਿਸ਼ੇ ਨੇ। ਇਹ ਜਿੰਨਾ ਚਿਰ ਤੱਕ ਇਹ ਚੇਨ ਟੁੱਟੇਗੀ ਨਹੀਂ, ਉਹਨਾਂ ਚਿਰ ਤੱਕ ਅਸੀਂ ਕੁਝ ਵੀ ਨਹੀਂ ਕਰ ਪਾਵਾਂਗੇ। ਤੇ ਜਿਨ੍ਹਾਂ ਦੇ ਕੰਮ ਹੈ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨਾ, ਤੇ ਜੇ ਉਹ ਹੀ ਇਹਨਾਂ ਨਾਲ ਰਲੇ ਹੋਣਗੇ, ਤੇ ਚੋਰ ਕੁੱਤੀ ਨਾਲ ਰਲ ਗਿਆ ਤੇ ਕੁੱਤੀ ਚੋਰ ਨਾਲ ਰਲ ਗਈ, ਤੇ ਕਿੱਥੋਂ ਅਸੀਂ ਸੰਭਵ ਕਰ ਸਕਾਂਗੇ ਕਿ ਅਸੀਂ ਇਸ ਲਾਹਨਤ ਤੋਂ ਬਚ ਸਕਦੇ ਹਾਂ। ਇਹ ਲਾਹਨਤ ਨੂੰ ਜਿਨ੍ਹਾਂ ਨਾਲ ਰੋਕਣ ਦਾ ਜਿਨ੍ਹਾਂ ਦਾ ਕੰਮ ਹੈ, ਜੇ ਉਹ ਵੀ ਇਹਨਾਂ ਨਾਲ ਰਲੇ ਆ, ਤਾਂ ਹੀ ਅੱਜ ਤੱਕ ਅਸੀਂ ਇਹਨਾਂ ਸਟੇਜਾਂ ਤੱਕ ਨਹੀਂ ਪਹੁੰਚ ਪਾਏ ਵੀ ਅਸੀਂ ਫਰੀਜ਼ ਕਰ ਲਈਏ ਪਰ ਕੁਰਕ ਨਹੀਂ ਕਰ ਸਕੇ। ਕਿਉਂਕਿ ਜਿਹੜੇ ਸਾਡੇ ਅਫਸਰ ਸਾਹਿਬਾਨ ਨੇ ਉਹਨਾਂ ਦਾ ਰੋਲ ਵੀ, ਮੈਂ ਸਾਰਿਆਂ ਦਾ ਨਾਂ ਨਹੀਂ ਲੈ ਕੇ ਗੱਲ ਕਰ ਰਿਹਾ, ਪਰ ਕੁਛ ਜਿਹੜੇ ਨੇ ਉਹ ਇਹਦੇ 'ਚ ਪੂਰੀ ਤਰ੍ਹਾਂ ਲਿਪਤ ਨੇ, ਜਿਨ੍ਹਾਂ ਕਰਕੇ ਅਸੀਂ ਕਿਸੇ ਵੀ ਐਂਡ ਪੁਆਇੰਟ ਤੱਕ ਮਾਪਦੰਡ ਦੀ ਨਤੀਜੇ ਤੱਕ ਨਹੀਂ ਪਹੁੰਚ ਪਾ ਰਹੇ। ਇਹਦੇ ਤੇ ਬੜੀ ਘੋਖ ਕਰਨ ਦੀ ਜ਼ਰੂਰਤ ਹੈ। ਉਹਦੇ ਵਿੱਚ ਵੱਡਾ ਕਾਰਨ ਹੈ ਕਿ ਪੈਸਾ ਬੜੇ ਵੱਡੇ ਲੈਵਲ ਤੇ ਇਨਵੋਲਵ ਹੈ, ਔਰ ਪੈਸੇ ਦੀ ਇਨਵੋਲਵਮੈਂਟ ਲਾਲਚੀ ਨੇ ਸਾਡੇ ਲੋਕ, ਲਾਲਚ ਦੇ ਵਸ। ਪਰ ਮੈਂ ਇੱਕ ਬੇਨਤੀ ਕਰਦਾ ਭਾਈ, ਜਦੋਂ ਇਹ ਤੱਤੀ ਹਵਾ ਚੱਲਣੀ ਹੈ ਤੇ ਤੁਹਾਡੇ ਆਪਣੇ ਘਰਾਂ ਤੱਕ ਵੀ ਪਹੁੰਚ ਜਾਣੀ ਆ। ਮੈਂ ਉਹਨਾਂ ਅਫਸਰਾਂ ਨੂੰ ਵੀ ਬੇਨਤੀ ਕਰਾਂਗਾ ਕਿ ਤੁਸੀਂ ਆਪਣੇ ਬੱਚਿਆਂ ਵੱਲ ਦੇਖੋ ਮੇਰੇ ਭਰਾ। ਅਨਮਈ ਕੋਸ਼ ਸ਼ੁੱਧ ਤੇ ਮਨਮਈ ਕੋਸ਼ ਸ਼ੁੱਧ। ਤੇ ਜੇ ਤੁਸੀਂ ਬੱਚਿਆਂ ਦੇ ਢਿੱਡਾਂ 'ਚ ਜ਼ਹਿਰ ਪਾਓਗੇ ਤੇ ਭਾਈ ਇਹ ਜ਼ਹਿਰ ਦਾ ਨਤੀਜਾ ਤੁਹਾਨੂੰ ਬੜੇ ਭਿਅੰਕਰ ਰੂਪ 'ਚ ਭੁਗਤਣਾ ਪਏਗਾ। ਰੱਬ ਦਾ ਵਾਸਤਾ ਪੰਜਾਬ ਨੂੰ ਬਚਾ ਲਈਏ। ਜਿਹੜੇ ਵੀ ਅਫਸਰ ਇਹਨਾਂ ਚੀਜ਼ਾਂ 'ਚ ਲਿਪਤ ਨੇ ਉਹ ਇਹਨਾਂ ਨੂੰ ਛੱਡ ਕੇ
ਤੇ ਜਿਹੜੇ ਨਸ਼ਿਆਂ ਦੇ ਖਿਲਾਫ ਇੱਕ ਮੁਹਿੰਮ ਦਾ ਹਿੱਸਾ ਬਣਨ, ਔਰ ਸਰਕਾਰਾਂ ਵੀ ਇਹਦੇ ਤੇ ਸਖਤੀ ਨਾਲ ਕਦਮ ਚੁੱਕਣ ਤਾਂ ਜੋ ਇਸ ਚੇਨ ਨੂੰ ਤੋੜ ਕੇ ਇਹ ਇੱਕੋ ਰੂਪ 'ਚ ਹੀ ਟੁੱਟ ਸਕਦੀ ਹੈ। ਜਿੰਨਾ ਚਿਰ ਇਹਨਾਂ ਦਾ ਤਾਲਮੇਲ ਨਹੀਂ ਟੁੱਟਦਾ ਉਹਨਾਂ ਚਿਰ ਇਸ ਚੀਜ਼ ਤੋਂ ਅਸੀਂ ਛੁਟਕਾਰਾ ਨਹੀਂ ਪਾ ਸਕਦੇ। ਮੰਜ਼ਲ ਸਾਹਿਬ, ਇੱਕ ਤਾਂ ਤੁਸੀਂ ਇਹ ਜਿਹੜਾ ਮਸਲਾ ਨਾਲ ਹੋਰ ਜੋੜਿਆ ਆ ਕਿ ਇੱਕ DSP ਨੇ ਸ਼ਾਇਦ ਚਿੱਠੀ ਲਿਖੀ ਹੈ, SSB ਨੂੰ ਦੱਸਿਆ ਉਹਨਾਂ ਕਿ ਜਿਹੜੇ SHO ਵਗੈਰਾ ਨੇ ਜਾਂ ਹੋਰ ਜਿਹੜਾ ਇੰਸਪੈਕਟਰ ਸਟਾਫ ਆ ਖਾਸ ਤੌਰ ਤੇ ਬਾਰਡਰ ਏਰੀਏ ਦੇ ਵਿੱਚ ਵੀ ਰਲੇ ਹੋਏ ਆ, ਇਹਨਾਂ ਦੀ ਇੱਥੋਂ ਬਦਲੀ ਜਿਹੜੀ ਕਰਨੀ ਬਹੁਤ ਜ਼ਰੂਰੀ ਹੈ। ਪਰ ਦੂਜੇ ਪਾਸੇ ਜਿਸ ਮੁੱਦੇ ਦੀ ਆਪਾਂ ਗੱਲ ਕਰ ਰਹੇ ਹਾਂ, ਪ੍ਰਾਪਰਟੀ ਨੂੰ ਫਰੀਜ਼ ਜ਼ਰੂਰ ਕਰਤਾ ਗਿਆ, ਹਲੇ ਕੁਰਕੀ ਦੀ ਜਿਹੜੀ ਹੈ ਸ਼ੁਰੂਆਤ ਨਹੀਂ ਹੋ ਸਕੀ। ਦੂਜੇ ਪਾਸੇ ਇਹਦੀ ਜਿਹੜੀ ਢਿੱਲ ਮੱਠ ਆ ਜਿਹਦਾ ਤੁਸੀਂ ਗੱਲ ਕਰ ਰਹੇ ਹੋ, ਇਹਦਾ ਨਜਾਇਜ਼ ਫਾਇਦਾ ਵੀ ਜਿਹੜਾ ਬਹੁਤ ਚੁੱਕਿਆ ਜਾ ਰਿਹਾ। ਇਹ ਜਿਹੜੇ ਪੈਸੇ ਲੁੱਟੇ ਜਾਂਦੇ ਨੇ ਉਹਨਾਂ ਦੇ ਰਾਹੀਂ ਜਿਹੜੇ ਤਸਕਰ ਰਹੇ, ਉਹ ਕੀ ਹੁੰਦਾ ਵੀ ਜਿਵੇਂ ਪੰਜਾਬ ਦੇ ਵਿੱਚ ਉਹਨਾਂ ਦੀ ਕੋਈ ਪ੍ਰਾਪਰਟੀ ਫਰੀਜ਼ ਹੋ ਗਈ ਤੇ ਫਿਰ ਉਹ ਜਿਹੜਾ 2 ਨੰਬਰ ਦਾ ਪੈਸਾ ਆ ਨਸ਼ੇ ਵੇਚ ਕੇ ਕਮਾਇਆ ਜਿਹੜਾ ਧਨ ਆ, ਉਹਨੂੰ ਦੂਜੇ ਸਟੇਟਾਂ ਦੇ ਵਿੱਚ ਜਾ ਕੇ, ਦੂਜੇ ਰਾਜਾਂ ਦੇ ਵਿੱਚ ਜਾ ਕੇ ਉਹਦੇ ਨਾਲ ਪ੍ਰਾਪਰਟੀਆਂ ਪਰਚੇਜ਼ ਕਰ ਲੈਂਦੇ ਨੇ। ਕਹਿੰਦੇ ਰਿਜ਼ੋਰਟ, ਬੰਗਲੇ, ਸ਼ੋਰੂਮ, ਗੱਡੀਆਂ ਤੇ ਬੈਂਕ ਖਾਤੇ ਉੱਥੇ ਜਾ ਕੇ ਖੁੱਲ ਜਾਂਦੇ ਨੇ ਤੇ ਉੱਥੇ ਜਾ ਕੇ ਜਿਹੜਾ ਉਹ ਧੰਦਾ ਦੁਬਾਰਾ ਉਹ ਚੱਲਣਾ ਸ਼ੁਰੂ ਹੋ ਜਾਂਦਾ। ਪੰਜਾਬ ਤੋਂ ਪੰਜਾਬੀ ਪੈਸਾ ਲੈ ਕੇ ਭੱਜਦਾ ਤੇ ਜਾ ਕੇ ਕਿਸੇ ਹੋਰ ਸਟੇਟ ਦੇ ਵਿੱਚ ਜਾ ਕੇ ਉਹ ਬਸਣਾ ਸ਼ੁਰੂ ਹੋ ਜਾਂਦਾ। ਇੱਕ ਤੇ ਇਹ ਤਰੀਕਾ ਆ, ਇਹਦੇ ਉੱਤੇ ਰੋਕ ਲਾਣੀ ਜਿਹੜੀ ਲਾਜ਼ਮੀ ਜਾਪਦੀ ਹੈ। ਦੂਜੇ ਪਾਸੇ ਨਾਲ ਦੀ ਨਾਲ ਆਪਾਂ ਗੱਲ ਕਰੀਏ ਕਿ ਇਹ ਜਿਹੜੀ ਪ੍ਰਾਪਰਟੀ ਹੈ ਨਾ, ਇਹ ਤੋਂ ਇਲਾਵਾ ਹਵਾਲਾ ਦੇ ਰਾਹੀਂ ਕਹਿੰਦੇ ਪੈਸਾ ਬਾਹਰ ਨੂੰ ਵੀ ਭੇਜਿਆ ਜਾ ਰਿਹਾ। ਅਸੀਂ ਅੱਜ ਤੱਕ ਸੁਣਿਆ ਸੀ ਕਿ ਬਾਹਰੋਂ ਜਿਹੜੇ ਲੋਕੀ ਚਾਹੁੰਦੇ ਨੇ ਸਾਨੂੰ ਟੈਕਸ ਨਾ ਲੱਗੇ, ਘਰ ਵੱਧ ਤੋਂ ਵੱਧ ਪੈਸੇ ਪਹੁੰਚ ਜਾਣ, ਉਹ ਹਵਾਲਾ ਰਾਹੀਂ ਪੈਸੇ ਭੇਜਦੇ ਹੁੰਦੇ ਸੀ। ਪਰ ਇਹ ਤਾਂ ਹੁਣ ਉਲਟਾ ਸੁਣਨ ਵਿੱਚ ਗੱਲ ਆਈ ਹੈ ਇਹ STF ਦਾ ਜਿਹੜੇ ਉਹਦੇ ਹਵਾਲੇ ਨਾਲ ਅੰਕੜੇ ਨੇ ਉਹ ਦੱਸਦੇ ਨੇ ਕਿ ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ ਤੇ ਜਰਮਨੀ ਆਦਿ ਜਿਹੜੇ ਇਦਾਂ ਦੇ ਮੁਲਕ ਆ, ਉਹਨਾਂ ਵੱਲ ਨੂੰ ਇਹ ਜਿਹੜੇ ਨਸ਼ਾ ਤਸਕਰ ਨੇ ਆਪਣਾ ਪੈਸਾ ਫੜਾਫੜ ਜਿਹੜੇ ਬਿਲੇ ਲਾਈ ਜਾ ਰਹੇ, ਉਹਨਾਂ ਨੇ ਹੁਣ ਇੰਡੀਆ 'ਚ ਜਿਹੜੀ ਪ੍ਰਾਪਰਟੀ ਆ ਖਰੀਦਣੀ ਹੀ ਬੰਦ ਕਰਤੀ ਹੈ। ਕਿਵੇਂ ਦੇਖਦੇ ਹੋ, ਕੌਣ ਇੱਥੇ ਰੋਕ ਲਾਏਗਾ? ਕੇਂਦਰ ਸਰਕਾਰ ਦਾ ਧਿਆਨ ਜਿਹੜਾ ਉਹ ਕਿਹੜੇ ਪਾਸੇ ਆ? ਸੰਧੂ ਸਾਹਿਬ, ਇਹ ਬਹੁਤ ਚਿੰਤਾ ਦਾ ਵਿਸ਼ਾ ਆ। ਅਗਰ ਇਸ ਤਰੀਕੇ ਦੇ ਨਾਲ ਇਹ ਪੈਸਾ ਬਾਹਰ ਜਾ ਰਿਹਾ ਤੇ ਇਹ ਤਸਕਰ ਵੀ ਬੜੀ ਜਲਦੀ ਇੱਥੋਂ ਦੇਸ਼ ਛੱਡ ਕੇ ਬਾਹਰ ਭੱਜ ਜਾਣਗੇ ਜੀ। ਇਹ ਕੀ ਇੱਕ ਚੇਨ ਬਣ ਜਾਏਗੀ, ਇਹ ਪੁਰਾਣੇ ਭੱਜੀ ਜਾਣਗੇ, ਨਵੇਂ ਬਣਾਈ ਜਾਣਗੇ। ਔਰ ਇਹਦੇ ਤੇ ਦੇਖੋ, ਇਹ ਜਿਹੜੀ ਜ਼ਿੰਮੇਵਾਰੀ ਆ ਕਿਤੇ ਨਾ ਕਿਤੇ ਆਣ ਕੇ ਦੋਨਾਂ ਸਰਕਾਰਾਂ ਦੀ ਬਰਾਬਰ ਬਣਦੀ ਹੈ। ਸੂਬਾ ਸਰਕਾਰ ਦਾ ਤੇ ਸੈਂਟਰ ਸਰਕਾਰ ਦਾ ਤਾਲਮੇਲ ਬੜਾ ਜ਼ਰੂਰੀ ਆਪਸ ਦੇ ਵਿੱਚ, ਜਿਹੜਾ ਕਿ ਸਾਨੂੰ ਪੰਜਾਬ ਦੀ ਮੈਂ ਗੱਲ ਕਰਦਾ ਕਿ ਪੰਜਾਬ ਦਾ ਜਿਹੜਾ ਵਾ ਉਹਦੇ ਵਿੱਚ ਅਸੀਂ ਬਹੁਤ ਨਦਾਰਦ ਪਾਏ ਜਾ ਰਹੇ ਹਾਂ ਕਿ ਪੰਜਾਬ ਸਰਕਾਰ ਸੈਂਟਰ ਸਰਕਾਰ ਨਾਲ ਤਾਲਮੇਲ ਮਿਲਾਉਣ 'ਚ ਪਤਾ ਨਹੀਂ 2 ਸਾਲ ਹੋ ਗਏ ਇਹਨਾਂ ਨੂੰ ਸਰਕਾਰ 'ਚ ਆਇਆ ਨੂੰ, ਕਾਮਯਾਬੀ ਅਜੇ ਤੱਕ ਇਹਨਾਂ ਨੂੰ ਮਿਲ ਨਹੀਂ ਸਕੀ। ਇਹ ਕਿਸੇ ਵੀ ਮੁੱਦੇ ਦੇ ਉੱਤੇ ਸੈਂਟਰ ਸਰਕਾਰ ਦੇ ਨਾਲ ਸਹਿਮਤੀ ਪ੍ਰਗਟਾਉਂਦੇ ਨਹੀਂ, ਹਰ ਗੱਲ ਤੇ ਵਖਰੇਵਾਂ ਦਿਖਾਉਂਦੇ ਨੇ। ਮੇਰੀ ਇੱਕ ਬੇਨਤੀ ਹੈ, ਜਿਹੜੇ ਤੁਸੀਂ ਆਪਣੇ ਰਾਜਸੀ ਲਾਭ ਲੈਣੇ ਆ ਜਿਨ੍ਹਾਂ ਦੇ ਕਰਕੇ ਤੁਸੀਂ ਇਹ ਸਾਰੀ ਨਟੰਕੀ ਕਰਦੇ ਜੋ ਕਰੀ ਜਾਓ, ਪਰ ਉਹਦੇ ਵਾਸਤੇ ਸੂਬੇ ਦੀ ਆਨ ਸ਼ਾਨ ਤੇ ਲੋਕਾਂ ਦੀ ਜਾਨ ਖਤਰੇ 'ਚ ਨਾ ਪਾਓ। ਉਸ ਮਾਮਲੇ ਦੇ ਵਿੱਚ ਕੁਝ ਮੁੱਦਿਆਂ ਦੇ ਉੱਤੇ ਜਾ ਕੇ ਜਿਹੜਾ ਸੈਂਟਰ ਸਰਕਾਰ ਦੇ ਨਾਲ ਤਾਲਮੇਲ ਸੂਬਾ ਸਰਕਾਰ ਦਾ ਬਣਨਾ ਬਹੁਤ ਜ਼ਰੂਰੀ ਆ। ਅਗਰ ਅਸੀਂ ਉਹਦੇ ਵਿੱਚ ਆਪਣੇ ਨਿੱਜੀ ਰਾਜਸੀ ਸਵਾਰਥ ਵੇਖਦੇ ਆ ਤੇ ਆਪਣੇ ਪੰਜਾਬ ਦੇ ਲੋਕਾਂ ਨੂੰ ਦਾਅ ਤੇ ਲਗਾਉਂਦੇ ਆ ਤੇ ਇਹ ਬੜੀ ਨਮੋਸ਼ੀ ਦੀ ਤੇ ਸ਼ਰਮਿੰਦਗੀ ਦੀ ਗੱਲ ਹੋਏਗੀ। ਮੈਂ ਪਿੱਛੇ ਜੇ 1-2 ਸੀਨ ਦੇਖੇ ਨੇ ਜਿਸ ਦੇ ਵਿੱਚ ਵੀ ਜਿੰਨੀ ਵਾਰਾਂ ਵੀ ਪੰਜਾਬ ਨੇ ਸੈਂਟਰ ਨੂੰ ਅਪਰੋਚ ਕੀਤਾ, ਸੈਂਟਰ ਨੇ ਬੜਾ ਸੁਹਾਵਣਾ ਉਹਦਾ ਰਿਜ਼ਲਟ ਦਿੱਤਾ ਵਾ, ਜਿੰਨੀ ਵਾਰਾਂ ਵੀ ਕੀਤਾ ਵਾ। ਜਿਵੇਂ ਅੰਮ੍ਰਿਤਪਾਲ ਵੇਲੇ ਕੰਪਨੀਆਂ ਮੰਗਵਾਉਣ ਦੀ ਗੱਲ ਆਈ ਜਾਂ ਹੋਰ ਵੀ ਐਨੀ ਬੜੀ ਕੁਝ ਵੀ ਡਿਸਕਸ਼ਨਸ ਜਿਹੜੀਆਂ ਇਹਨਾਂ ਨੇ ਕੀਤੀਆਂ ਨੇ, ਉਹਦੇ ਵਿੱਚ ਸੈਂਟਰ ਦਾ ਹੁੰਗਾਰਾ ਪੋਜ਼ਿਟਿਵ ਆਇਆ। ਪਰ ਲੇਕਿਨ ਜੇ ਇਹ ਮੁੱਦਾ ਜਿਹੜਾ ਆ ਇਹ ਬਹੁਤ ਅਹਿਮ ਮੁੱਦਾ ਆ, ਨਸ਼ੇ ਦਾ ਮੁੱਦਾ, ਇਹਦੇ ਨਾਲ ਪੰਜਾਬ ਦੀ ਜਵਾਨੀ ਦਾ ਘਾਣ ਹੋ ਰਿਹਾ। ਔਰ ਇਸ ਮਾਮਲੇ ਨੂੰ ਲੈ ਕੇ ਮੇਰਾ ਇਹ ਮੰਨਣਾ ਵਾ ਕਿ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਇੱਕ ਸਾਂਝਾ ਆਪਰੇਸ਼ਨ ਜਾਰੀ ਕਰੇ ਜਿਸ ਦੇ ਵਿੱਚ ਇਹਨਾਂ ਨਸ਼ਾ ਤਸਕਰਾਂ ਦਾ ਲੱਕ ਤੋੜਿਆ ਜਾ ਸਕੇ। ਜਿਹੜਾ ਵੀ ਪੈਸਾ ਹਵਾਲਾ ਰਹੀ ਜਾ ਰਿਹਾ ਉਹਦੇ ਵੀ ਸੋਰਸ ਲੱਭ ਕੇ ਇਹਨਾਂ ਦੇ ਅੰਕੁਸ਼ ਲਗਾਇਆ ਜਾਵੇ ਤਾਂ ਕਿ ਇਸ ਚੀਜ਼ ਦੇ ਉੱਤੇ ਰੋਕਥਾਮ ਲੱਗ ਸਕੇ। ਇਹ ਬਹੁਤ ਜ਼ਰੂਰੀ ਆ। ਔਰ ਅਗਰ ਅਸੀਂ ਇਹਦੇ ਵਿੱਚ ਕਾਮਯਾਬ ਨਹੀਂ ਹੋਏ ਤੇ ਬਹੁਤ ਜਲਦ ਪੰਜਾਬ ਦਾ ਜਿਹੜਾ ਹਸ਼ਰ ਆ ਬੜਾ ਹੈਰਾਨੀਜਨਕ ਹੋਣ ਵਾਲਾ ਆ, ਤੇ ਜੇ ਅਸੀਂ ਇਸ ਦੇ ਉੱਤੇ ਪਕੜ ਨਾ ਕਰ ਸਕੇ ਤੇ ਮੰਜ਼ਲ ਸਾਹਿਬ, ਇੱਕ ਮੁੱਦਾ ਹੋਰ ਬੜਾ ਛਾਇਆ ਹੋਇਆ, ਕਹਿੰਦੇ ਵਿਸ਼ੇਸ਼ ਸੈਸ਼ਨ ਜਿਹੜਾ ਪਾਰਲੀਮੈਂਟ ਦਾ ਬੁਲਾਇਆ ਜਾ ਰਿਹਾ ਤੇ ਰੌਲਾ ਜਿਹੜਾ ਉਹਦੇ 'ਚ ਉਹ ਜਿਹੜਾ ਸਰਕਾਰ ਕਹਿੰਦੀ ਆ, ਮੋਦੀ ਸਾਹਿਬ ਵੀ ਕਹਿ ਚੁੱਕੇ ਆ ਕਿ ਇੱਕ ਦੇਸ਼ ਤੇ ਇੱਕ ਚੋਣ ਹੋਣੀ ਚਾਹੀਦੀ ਹੈ। ਇਹ ਪ੍ਰਕਿਰਿਆ ਤਾਂ ਕਹਿੰਦੇ 2019 ਦਾ ਪ੍ਰਸਤਾਵ ਆ ਪੇਸ਼ ਕੀਤਾ ਹੋਇਆ, ਉਦੋਂ ਦੀ ਰਿਪੋਰਟ ਬਣੀ ਹੋਈ ਹੈ, ਕਮੇਟੀ ਬਣਾਈ ਸੀ, ਉਹਨੇ ਰਿਪੋਰਟ ਦਿੱਤੀ ਸੀ। ਉਹ ਕਹਿੰਦੇ ਸੀ ਇੱਕੋ ਵਾਰੀ ਵੋਟਾਂ ਤੇ ਹੋ ਸਕਦੀਆਂ ਨੇ, ਪਰ ਉਹਨਾਂ ਨੇ ਸੁਝਾਅ ਦਿੱਤਾ ਸੀ ਕਿ ਇਹਨੂੰ 2 ਪੜਾਵਾਂ ਵਿੱਚ ਕੀਤਾ ਜਾਵੇ। 30 ਮਹੀਨੇ ਦਾ ਫਰਕ ਪਾ ਕੇ 2 ਪੜਾਅ ਜਿਹੜੇ ਉਹਨੇ ਰੱਖੇ ਸੀਗੇ, ਤੇ ਕਿਉਂਕਿ ਕੁਝ ਰਾਜਾਂ ਦੇ ਵਿੱਚ ਜਿਹੜੀਆਂ ਸਰਕਾਰਾਂ ਹੁਣ ਅੱਗੇ ਪਿੱਛੇ ਸਾਰੀਆਂ ਬਣ ਰਹੀਆਂ ਨੇ,
ਤੇ ਕਿਵੇਂ ਦੇਖਦੇ ਹੋ ਇਸ ਸੁਝਾਅ ਨੂੰ? ਉਹ ਰਿਪੋਰਟ ਕੀ ਕਹਿੰਦੀ ਹੈ? ਸੰਧੂ ਸਾਹਿਬ, ਚਲੋ ਇਹ ਟੈਕਨੀਕਲ ਗੱਲਾਂ ਨੇ, ਜਿਨ੍ਹਾਂ ਨੂੰ ਰਿਪੋਰਟ ਬਣਾਉਣਾ ਸੀਗਾ ਉਹਨਾਂ ਨੇ ਆਪਣਾ ਪੱਖ ਰੱਖ ਦਿੱਤਾ ਸਰਕਾਰ ਦੇ ਅੱਗੇ ਕਿ 30 ਮਹੀਨਿਆਂ ਦਾ ਫਰਕ ਪਾ ਕੇ ਜਿਹੜੀ ਇਲੈਕਸ਼ਨ ਕਰਵਾ ਲਈ ਜਾਵੇ। ਪਰ ਲੇਕਿਨ ਮੈਂ ਜਿੱਥੋਂ ਤੱਕ ਇਸ ਚੀਜ਼ ਨੂੰ ਮਹਿਸੂਸ ਕਰਦਾ, ਇਹਦੀ ਪੋਸੀਬਿਲਿਟੀ ਨਹੀਂ ਹੋ ਸਕਦੀ। ਜੇ ਅਸੀਂ ਵਨ ਨੇਸ਼ਨ ਵਨ ਇਲੈਕਸ਼ਨ ਦੀ ਗੱਲ ਕਰਦੇ ਹਾਂ ਤਾਂ ਫਿਰ ਇੱਕੋ ਹੀ ਟਾਈਮ ਦੇ ਉੱਤੇ ਸਾਰੇ ਦੇਸ਼ ਦੀ ਇਲੈਕਸ਼ਨ ਹੋਵੇ, ਤਾਂ ਹੀ ਵਨ ਨੇਸ਼ਨ ਤੇ ਵਨ ਇਲੈਕਸ਼ਨ ਦਾ ਅਸੀਂ ਜਿਹੜਾ ਝੰਡਾ ਬੁਲੰਦ ਕਰ ਸਕਦੇ ਹਾਂ। ਔਰ ਇਹ ਬਹੁਤ ਜ਼ਰੂਰੀ ਵੀ ਆ। ਦੇਖੋ, ਮੈਂ ਇੱਕ ਬੇਨਤੀ ਕਰ ਦੇਵਾਂ, ਸਾਡਾ ਦੇਸ਼ ਇਹਨਾਂ ਚੀਜ਼ਾਂ 'ਚ ਉਲਝਿਆ ਰਹਿੰਦਾ। ਅਸੀਂ ਜਦੋਂ ਵੀ, ਮੈਂ ਇੱਕ ਚੀਜ਼ ਮਹਿਸੂਸ ਕਰਦਾ, ਹਰ 6-8 ਮਹੀਨੇ ਬਾਅਦ ਕੋਡ ਆਫ ਕੰਡਕਟ ਲੱਗ ਜਾਂਦਾ। ਕੋਡ ਆਫ ਕੰਡਕਟ ਜਦੋਂ ਲੱਗਦਾ ਵਾ ਤੇ 2-2 3-3 ਮਹੀਨੇ ਸਰਕਾਰਾਂ ਦੇ ਕੰਮਕਾਜ ਰੁਕ ਜਾਂਦੇ ਨੇ। ਇਲੈਕਸ਼ਨ ਕਮਿਸ਼ਨ ਦੇ ਹੱਥ 'ਚ ਕਮਾਂਡ ਚਲੀ ਜਾਂਦੀ ਆ, ਟੋਟਲ ਦੀ ਟੋਟਲ, ਤੇ ਸਰਕਾਰ ਆਪਣਾ ਕੰਮ ਕਰਨ ਦੇ ਵਿੱਚ ਕਿਤੇ ਨਾ ਕਿਤੇ ਉਹ ਬ੍ਰੇਕ ਲੱਗ ਜਾਂਦੀ ਕੰਮਾਂ ਦੇ ਵਿੱਚ। ਮੇਰਾ ਇਹ ਮੰਨਣਾ, ਤੁਸੀਂ ਦੇਖੋ, ਕਦੀ ਪੰਚਾਇਤੀ ਇਲੈਕਸ਼ਨ ਆ ਗਈਆਂ, ਕਦੀ ਜ਼ਿਲ੍ਹਾ ਪਰਿਸ਼ਦ ਆ ਗਈਆਂ, ਕਦੀ ਕਾਰਪੋਰੇਸ਼ਨ ਆ ਗਈਆਂ, ਕਦੀ ਅਸੈਂਬਲੀ ਆ ਗਈ, ਕਦੀ ਪਾਰਲੀਮੈਂਟ ਆ ਗਈ, ਤੇ ਤੁਸੀਂ ਇਹ ਦੇਖੋ ਵੀ 5 ਤਰ੍ਹਾਂ ਦੀ ਇਲੈਕਸ਼ਨ ਅਸੀਂ ਕਰਵਾਉਂਦੇ ਆ ਆਲਮੋਸਟ, ਜਿਹੜੀ ਅਸੀਂ ਦੇਖਦੇ ਆ। ਤੇ ਜੇ ਸਾਰੀਆਂ ਇਲੈਕਸ਼ਨਾਂ ਵਨ ਟਾਈਮ ਵਨ ਨੇਸ਼ਨ ਵਨ ਇਲੈਕਸ਼ਨ ਹੋ ਜਾਏਗੀ ਤੇ ਫਿਰ ਇਹ ਬਾਰ-ਬਾਰ ਕੋਡ ਆਫ ਕੰਡਕਟ ਦਾ ਚੱਕਰ ਨਹੀਂ ਪਏਗਾ, ਬਾਰ-ਬਾਰ ਅਫਸਰਾਂ ਦੀਆਂ ਡਿਊਟੀਆਂ, ਇਲੈਕਸ਼ਨ ਡਿਊਟੀਆਂ ਨਹੀਂ ਲਗਾਉਣੀਆਂ ਪੈਣਗੀਆਂ, ਬਾਰ-ਬਾਰ ਖਰਚਾ ਨਹੀਂ ਕਰਨਾ ਪਏਗਾ। ਇੱਕੋ ਦਿਨ ਦੇ ਵਿੱਚ ਵੋਟ ਪਾਣੀ ਹੈ, ਤੁਸੀਂ ਆਪਣੀ ਮਰਜ਼ੀ ਨਾਲ ਵੋਟ ਪਾ ਸਕਦੇ, ਆਪਣੀ ਮਰਜ਼ੀ ਦੇ ਨੇਤਾ ਚੁਣ ਸਕਦੇ ਜੇ। ਇਸ ਦੇ ਵਿੱਚ ਸਰਕਾਰ ਦਾ ਖਰਚਾ ਵੀ ਘਟੇਗਾ ਔਰ ਨਾਲ-ਨਾਲ ਕੈਂਡੀਡੇਟਾਂ ਦਾ ਵੀ ਖਰਚਾ ਘਟੇਗਾ। ਬਹੁਤ ਪੈਸੇ ਦੀ ਬਰਬਾਦੀ ਗੱਲ ਵਧੀਆ ਲੱਗਦੀ ਹੈ, ਕਰਨ ਵਾਸਤੇ ਗੱਲ ਵਧੀਆ ਲੱਗਦੀ ਹੈ, ਪਰ ਇਹ 'ਚ ਕੁਝ ਨਾ ਕੁਝ ਤਕਨੀਕੀ ਕੁਝ ਦਿੱਕਤਾਂ ਨੇ, ਜਿਹਦੇ ਬਾਰੇ ਜਿਹੜੀ ਰਿਪੋਰਟ ਆ ਉਹ ਸਰਕਾਰ ਨੇ ਤਿਆਰ ਕਰਵਾਈ ਸੀ। ਨੀਤੀ ਆਯੋਗ ਦੇ ਰਾਹੀਂ ਇਹ ਸਾਰਾ ਕੰਮ ਜਿਹੜਾ ਹੋਇਆ ਸੀ, ਤੇ ਉਹਦੇ ਵਿੱਚ ਇਹ ਕਿਹਾ ਸੀ ਵੀ 2 ਫੇਜ਼ ਵਿੱਚ ਕਰਾਉਣੀਆਂ ਸੰਭਵ ਹੈ, ਕਿਉਂਕਿ ਜਿੰਨੇ ਭਾਰਤ ਦੇ ਸੂਬੇ ਨੇ ਉਹਨਾਂ ਦੇ ਵਿੱਚ ਲੋਕ ਸਭਾ ਦੇ ਨਾਲ ਉਹਨਾਂ ਨੇ ਕਿਹਾ ਸੀਗਾ ਕਿ ਪਹਿਲੇ ਪੜਾਅ ਵਿੱਚ ਅਪ੍ਰੈਲ ਮਈ 2019 ਵਿੱਚ ਉਹਨਾਂ ਨੇ ਕਿਹਾ ਸੀ ਕਿ ਉਸ ਵੇਲੇ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਹੋਣੀਆਂ ਸੀ, ਉਦੋਂ ਕਿਹਾ ਸੀਗਾ ਕਿ ਇਹਦੇ ਨਾਲ 14 ਸੂਬਿਆਂ ਦੀ ਜਿਹੜੀ ਹੈ ਚੋਣ ਕਰਵਾਈ ਜਾਵੇ, ਤੇ ਬਾਕੀ 16 ਸੂਬਿਆਂ ਦੀ ਜਿਹੜੀ ਚੋਣ ਹੈ ਉਹਨਾਂ ਨੇ ਕਿਹਾ ਸੀ ਵੀ 30 ਮਹੀਨੇ ਬਾਅਦ 2.5 ਸਾਲਾਂ ਬਾਅਦ ਕਰਾ ਲਓ, ਕਿਉਂਕਿ ਕੁਝ ਸਰਕਾਰਾਂ ਜਿਵੇਂ ਨਵੀਆਂ ਚੁਣੀਆਂ ਗਈਆਂ ਕੁਝ ਅਰਸਾ ਪਹਿਲਾਂ, ਤੇ ਕਹਿੰਦੇ ਉਹਨਾਂ ਨੂੰ ਇਸ ਤਰ੍ਹਾਂ ਭੰਗ ਕਰਨਾ ਜਿੱਥੇ ਦੁਬਾਰਾ ਚੋਣ ਕਰਾ ਦੇਣਾ ਵੀ ਜਾਇਜ਼ ਨਹੀਂ ਜਾਪਦਾ। ਉਹਦੇ ਨਾਲ ਕੁਝ ਤਾਲਮੇਲ ਕਿਹਾ ਸੀ ਵੀ ਕੁਝ ਸਰਕਾਰਾਂ ਦਾ 1 ਸਾਲ ਦੇ ਕਰੀਬ 4-6 ਮਹੀਨੇ ਤੋਂ ਲੈ ਕੇ ਜੇ 1 ਸਾਲ ਤੱਕ ਕਿਸੇ ਦਾ ਕਾਰਜਕਾਲ ਘਟ ਜਾਏ ਜਾਂ ਸਾਲ ਸਵਾ ਸਾਲ ਕਿਸੇ ਦਾ ਕਾਰਜਕਾਲ ਵੱਧ ਜਾਏ ਤੇ ਉਹਦੀ ਐਡਜਸਟਮੈਂਟ ਹੋ ਸਕਦੀ ਹੈ। ਪਰ ਜੇ ਅਸੀਂ ਇਹ ਕਹੀਏ ਕਿ ਕੋਈ ਸਰਕਾਰ ਜਿਹੜੀ ਹੈ 6 ਮਹੀਨੇ ਪਹਿਲਾਂ ਜਾਂ ਸਾਲ ਪਹਿਲਾਂ ਚੁਣੀ ਗਈ ਸੀ ਤੇ ਆਉਣ ਵਾਲੀ ਮਿਆਦ ਲਈ ਉਹਨੂੰ ਭੰਗ ਕਰਕੇ ਲੋਕ ਸਭਾ ਦੇ ਨਾਲ ਉਹਦੀ ਚੋਣ ਕਰਾਤੀ ਜਾਵੇ, ਤੇ ਕਿਤੇ ਨਾ ਕਿਤੇ ਜਿਹੜੀਆਂ ਸਾਰੀਆਂ ਪਾਰਟੀਆਂ ਦੀ ਸਹਿਮਤੀ ਵੀ ਜ਼ਰੂਰੀ ਹੈ ਇਸ ਮਾਮਲੇ 'ਚ, ਤੇ ਉੱਥੇ ਕਹਿੰਦੇ ਜਿਹੜੀ ਇਹ ਦਿੱਕਤ ਜ਼ਰੂਰ ਆ ਸਕਦੀ ਹੈ। ਤੇ ਇਹਦੇ ਵਿੱਚ ਜਿਹੜੀ ਹੁਣ ਤੱਕ ਜਾਣਕਾਰੀ ਹੈ ਉਹ ਇਹ ਕਹਿੰਦੀ ਹੈ ਕਿ ਜਿਹੜੀ ਆ ਵਿਧਾਨ ਸਭਾ ਵਿੱਚ ਕੁਝ ਵਿਧਾਨ ਸਭਾਵਾਂ ਨੇ ਸੂਬੇ ਨੇ ਜਿਨ੍ਹਾਂ ਵਿੱਚ ਕੋਈ ਵਾਧਾ ਕਰਨ ਦੀ ਲੋੜ ਨਹੀਂ ਜਾਂ ਕਟੌਤੀ ਕਰਨ ਦੀ ਲੋੜ ਨਹੀਂ, ਕਿ ਲੋਕ ਸਭਾ ਚੋਣਾਂ ਦੇ ਆਸੇ-ਪਾਸੇ ਚੋਣਾਂ ਹੁੰਦੀਆਂ। ਉਹ ਆਂਧਰਾ ਪ੍ਰਦੇਸ਼ ਹੈ, ਉੜੀਸਾ, ਤੇਲੰਗਾਨਾ, ਸਿੱਕਮ, ਅਰੁਣਾਚਲ, ਇੱਦਾਂ ਦੇ ਵਿਧਾਨ ਸਭਾ ਜਿਹੜੇ ਖੇਤਰ ਨੇ। ਤੇ ਜੰਮੂ ਕਸ਼ਮੀਰ ਤਾਂ ਹੁਣ ਜਿਹੜਾ ਉੱਥੇ ਰਾਸ਼ਟਰਪਤੀ ਸ਼ਾਸਨ ਜਿਹੜਾ ਉਹ ਲੱਗਿਆ ਹੋਇਆ, ਉੱਥੇ ਜ਼ਰੂਰਤ ਨਹੀਂ ਪਏਗੀ। ਤੇ ਕੁਝ ਵਿਧਾਨ ਸਭਾ ਨੇ ਜਿੱਥੇ 3 ਮਹੀਨੇ ਤੋਂ ਲੈ ਕੇ 15 ਮਹੀਨੇ ਦਾ ਉਹਦਾ ਜਿਹੜਾ ਕਾਰਜਕਾਲ ਜਿਹੜਾ ਉੱਤੇ ਕਟੌਤੀ ਲਾਉਣ ਦੀ ਲੋੜ ਪੈਣੀ ਹੈ, ਜਿਹਦੇ 'ਚ ਮੋਦੀ ਸਾਹਿਬ ਦਾ ਆਪਣਾ ਰਾਜ ਗੁਜਰਾਤ ਵੀ ਸ਼ਾਮਲ ਹੈ, ਗੋਆ ਵੀ ਹੈ, ਹਰਿਆਣਾ ਵੀ ਹੈ, ਹਿਮਾਚਲ ਵੀ ਹੈ, ਝਾਰਖੰਡ ਆ, ਮਹਾਰਾਸ਼ਟਰ ਆ, ਮਣੀਪੁਰ, ਮੇਘਾਲਿਆ ਆ, ਪੰਜਾਬ ਹੈ, ਨਾਗਾਲੈਂਡ ਆ, ਤ੍ਰਿਪੁਰਾ ਤੇ ਉੱਤਰਾਖੰਡ, ਯੂਪੀ ਤੇ ਦਿੱਲੀ। ਤੇ ਨਾਲ ਦੀ ਨਾਲ ਕਹਿੰਦੇ ਕੁਝ ਵਿਧਾਨ ਸਭਾ ਨੇ ਜਿਹਦੇ ਵਿੱਚ 5 ਤੋਂ 13 ਮਹੀਨੇ ਉਹਨਾਂ ਨੂੰ ਵਾਧੂ ਸਮਾਂ ਜਿਹੜਾ ਦਿੱਤਾ ਜਾਣਾ, ਤੇ ਜੇ ਉਹ ਚੋਣਾਂ ਉਸ ਢੰਗ ਨਾਲ ਕੀਤੀਆਂ ਜਾਣ, ਉਹ 'ਚ ਅਸਾਮ, ਬਿਹਾਰ, ਛੱਤੀਸਗੜ੍ਹ, ਕਰਨਾਟਕ, ਕੇਰਲ, ਮੱਧ ਪ੍ਰਦੇਸ਼, ਮਿਜ਼ੋਰਮ, ਰਾਜਸਥਾਨ, ਤਾਮਿਲਨਾਡੂ, ਪੱਛਮੀ ਬੰਗਾਲ ਤੇ ਪੁਡੂਚੇਰੀ ਆਉਂਦੇ ਨੇ। ਪਰ ਨਾਲ ਦੀ ਨਾਲ ਗੱਲ ਕਰਦੇ ਹਾਂ, ਰਿਪੋਰਟ ਇਹ ਕਹਿੰਦੀ ਹੈ ਕਿ ਜਿਹੜੀ ਨੀਤੀ ਆਯੋਗ ਨੇ 2019 'ਚ ਰਿਪੋਰਟ ਤਿਆਰ ਕੀਤੀ ਸੀ, ਉਹ ਰਿਪੋਰਟ ਕਹਿੰਦੀ ਹੈ ਵੀ ਜੇ ਮੰਨ ਲਓ ਰੌਲਾ ਇਹ ਪੈਂਦਾ ਕਿ ਸੂਬਿਆਂ ਦੇ ਵਿੱਚ ਕਿਸੇ ਸਰਕਾਰ ਸਮੇਂ ਤੋਂ ਪਹਿਲਾਂ ਡਿੱਗ ਜਾਏ ਤੇ ਫਿਰ ਕੀ ਕੀਤਾ ਜਾਵੇ। ਤੇ ਉਹਦੇ 'ਚ ਨੀਤੀ ਆਯੋਗ ਦੀ ਰਿਪੋਰਟ ਜਿਹੜੀ ਸੀ ਉਹਨਾਂ ਨੇ ਗੱਲ ਕਹੀ ਸੀਗਾ ਕਿ ਫੇਸ 1 ਚੋਣ ਦੇ ਕਹਿੰਦਾ ਜੇ ਤਾਂ 15 ਮਹੀਨਿਆਂ ਦੇ ਵਿੱਚ ਹੀ ਸਰਕਾਰ ਡਿੱਗ ਜਾਵੇ ਤਾਂ ਕਹਿੰਦੇ ਚੋਣ ਜਿਹੜੀ ਆ ਤਤਕਾਲ ਜਿਹੜੀ ਹੈ ਚੋਣ ਸੰਭਵ ਹੈ, ਤੇ ਸਰਕਾਰ ਨੂੰ ਕਹਿੰਦੇ 45 ਮਹੀਨੇ ਮਿਲ ਜਾਣਗੇ। ਚੋਣ ਕਰਾ ਦਿਓ, ਅਗਲੀ ਸਰਕਾਰ ਨੂੰ 45 ਮਹੀਨੇ ਕੰਮ ਕਰਨ ਲਈ ਮਿਲ ਜਾਣਗੇ। ਫੇਜ਼ ਦੂਜਾ ਆ ਕਹਿੰਦੇ ਜੇ ਚੋਣ ਦੇ 15 ਤੋਂ 30 ਮਹੀਨਿਆਂ ਦੇ ਵਿਚਾਲੇ ਜਾ ਕੇ ਸਰਕਾਰ ਡਿੱਗ ਜਾਵੇ ਤੇ ਫੇਜ਼ 2 ਤੱਕ ਦੇ ਲਈ ਜਿਹੜਾ ਰਾਸ਼ਟਰਪਤੀ ਸ਼ਾਸਨ ਉਹ ਬਾਕੀ ਦਾ ਜਿਹੜਾ ਅਗਲਾ ਰਾਸ਼ਟਰਪਤੀ ਸ਼ਾਸਨ ਲਾਗੂ ਕੀਤਾ ਜਾਵੇ, ਤੇ ਅੱਗੇ ਜਾ ਕੇ ਜਿਹੜੇ ਚੋਣ ਜਿਹੜੇ ਆ ਉਹ ਇਕੱਠੇ ਕਰਾਏ ਜਾ ਸਕਦੇ ਆ। ਇਸ ਤਰੀਕੇ ਦੇ ਨਾਲ ਕਹਿੰਦੇ ਕੁਝ ਪ੍ਰਬੰਧ ਕਰਨ ਦਾ ਸੋਚ ਰਿਹਾ।
ਸੋ ਸਰਕਾਰ ਨੇ ਕਿਤੇ ਨਾ ਕਿਤੇ ਇਸ ਰਿਪੋਰਟ ਨੂੰ ਧਿਆਨ 'ਚ ਰੱਖਣਾ, ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਮੋਦੀ ਸਾਹਿਬ ਦੀ ਅਗਵਾਈ ਹੇਠ ਜਿਸ ਤਰੀਕੇ ਨਾਲ ਸੂਝ-ਬੂਝ ਨਾਲ ਕੰਮ ਚੱਲ ਰਿਹਾ ਤੇ ਉਹਦੇ 'ਚ ਕੋਈ ਝਟਕਾ ਹਿਸਾਬ ਸਾਡੇ ਇਮੋਸ਼ਨ ਦੇ ਹਿਸਾਬ ਨਾਲ ਸਰਕਾਰ ਸੋਚ ਕੇ ਲਓ ਜੀ ਲਓ ਬਹੁਤ ਵਧੀਆ ਜੀ ਕਰ ਦਿਓ ਜੀ, ਤੇ ਮੈਨੂੰ ਨਹੀਂ ਲੱਗਦਾ ਕਿ ਝਟਕਾ ਹਿਸਾਬ ਜਿਹੜਾ ਮੋਦੀ ਸਾਹਿਬ ਵਰਤਣਗੇ। ਕੀ ਲੱਗਦਾ ਤੁਹਾਨੂੰ? ਝਟਕਾ ਹਿਸਾਬ ਹਾਂ ਸੋਟਾ ਮਾਰ ਦੇਣਗੇ ਜਾਂ ਫਿਰ ਨੋਟਬੰਦੀ ਵਾਲੇ ਵਾਂਗੂ ਵਿਵਾਦਾਂ 'ਚ ਘਿਰ ਜਾਣਗੇ, ਜਾਂ ਕੁਛ ਲੱਗਦਾ ਕਿ ਸੋਚ ਸਮਝ ਕੇ ਫੈਸਲਾ ਹੋਏਗਾ? ਦੇਖੋ ਸੰਧੂ ਸਾਹਿਬ, ਫੈਸਲਾ ਫਾਸਟ ਸੋਟੇ ਨਾਲ ਤੇ ਨਹੀਂ ਹੋਣਾ, ਪੂਰੀ ਵਿਚਾਰ ਕਰਕੇ ਸਹਿਮਤੀ ਬਣਾ ਕੇ ਫੈਸਲਾ ਹੋਣਾ। ਇੱਕ ਦੋ ਪਾਰਟੀਆਂ ਨੂੰ ਛੱਡ ਕੇ ਅਗਰ ਬਹੁਤਾਤ ਸਹਿਮਤੀ 'ਚ ਆ ਜਾਂਦੇ ਨੇ ਲੋਕ, ਤੇ ਫਿਰ ਇਹ ਹੋ ਸਕਦਾ ਵਨ ਨੇਸ਼ਨ ਵਨ ਇਲੈਕਸ਼ਨ ਇੱਕੋ ਟਾਈਮ ਤੇ ਕਰਵਾ ਦਿੱਤੀ ਜਾਵੇ। ਕੋਈ ਇੱਕਾ ਦੁੱਕਾ ਨੂੰ ਛੱਡ ਕੇ 80% 90% ਪਾਰਟੀਆਂ ਇਸ ਤੇ ਸਹਿਮਤੀ ਪ੍ਰਗਟਾ ਦਿੰਦੀਆਂ ਨੇ, ਤੇ ਹੋ ਸਕਦਾ ਇਹ ਪੋਸੀਬਿਲਿਟੀ ਹੋ ਸਕੇ। ਪਰ ਲੇਕਿਨ ਜਿਹੜੀ ਆਪਾਂ ਗੱਲ ਕਰਦੇ ਆ ਨਾ, ਦੇਖੋ ਇਹ ਟੈਕਨੀਕਲ ਇਸ਼ੂ ਨੇ, ਟੈਕਨੀਕਲ ਗੱਲਾਂ ਨੇ, ਇਹਦੇ ਉੱਤੇ ਮੌਕਾ ਹੀ ਦੱਸੇਗਾ ਵੀ ਕੀ ਸਰਕਾਰ ਫੈਸਲਾ ਲੈਂਦੀ ਹੈ। ਤੇ ਮੋਦੀ ਸਾਹਿਬ ਇਸ ਕੰਮ ਵਾਸਤੇ ਬਹੁਤ ਕੀ ਕਹਿੰਦੇ ਮੰਨੇ ਜਾਂਦੇ ਨੇ ਕਿ ਫੈਸਲਾ ਲੈਣ ਦੀ ਸ਼ਮਤਾ ਮੋਦੀ ਸਾਹਿਬ ਜਿੰਨੀ ਕਿਸੇ 'ਚ ਨਹੀਂ ਹੈਗੀ। ਦੇਸ਼ 'ਚ ਅੱਜ ਤੱਕ ਜਿੰਨੇ ਵੀ ਪ੍ਰਧਾਨ ਮੰਤਰੀ ਹੋਏ ਨੇ, ਤੇ ਜਿਸ ਤਰੀਕੇ ਦੇ ਦਲੇਰਾਨਾ ਔਰ ਵੱਡੇ ਫੈਸਲੇ ਮੋਦੀ ਸਾਹਿਬ ਨੇ ਬੜੀ ਦਲੇਰੀ ਨਾਲ ਲਏ ਨੇ, ਔਰ ਇਸ ਕਰਕੇ ਹੀ ਮੋਦੀ ਸਾਹਿਬ ਦੀ ਪਹਿਚਾਣ ਸਾਰਿਆਂ ਤੋਂ ਵਿਲੱਖਣ ਅਲੱਗ ਹੈ, ਕਿਉਂਕਿ ਉਹ ਫੈਸਲੇ ਲੈਣ ਲੱਗਿਆ ਡਰਦੇ ਨਹੀਂ। ਤੇ ਮੈਂ ਉਮੀਦ ਕਰਦਾ ਕਿ ਉਹ ਵਧੀਆ ਫੈਸਲਾ ਲੈਣਗੇ ਔਰ ਦੇਸ਼ ਹਿੱਤ 'ਚ ਫੈਸਲਾ ਲੈਣਗੇ, ਔਰ ਸਹਿਮਤੀ ਦੇ ਨਾਲ ਫੈਸਲਾ ਲੈਣਗੇ। ਔਰ ਜੋ ਵੀ ਫੈਸਲਾ ਹੋਏਗਾ ਉਹ ਆਉਣ ਵਾਲੇ ਦਿਨਾਂ 'ਚ, ਬਸ 18 ਤਰੀਕ ਨੂੰ ਆ ਜਾਣਾ ਇਜਲਾਸ, ਉਹਦੇ ਵਿੱਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਹੀ ਜਾਣਾ ਜੀ। 5 ਦਿਨਾਂ ਦੇ ਵਿੱਚ 18 ਤੋਂ 23 ਦੇ ਵਿੱਚ ਕੀ ਫੈਸਲਾ ਆਉਂਦਾ ਉਹ ਸਾਰੀ ਜਨਤਾ ਦੇ ਸਾਹਮਣੇ ਆ ਹੀ ਜਾਏਗਾ ਜੀ। ਔਰ ਮੈਂ ਆਪਣੀ ਨਿੱਜੀ ਰਾਏ ਤੁਹਾਨੂੰ ਦੇ ਰਿਹਾ, ਮੈਂ ਉਮੀਦ ਕਰਦਾ ਕਿ ਉਹ ਕੋਈ ਵਧੀਆ ਫੈਸਲਾ ਤੇ ਵੱਡਾ ਫੈਸਲਾ ਲੈਣਗੇ, ਕਿਉਂਕਿ ਫੈਸਲਾ ਲੈਣ ਦੇ ਸਮਰੱਥ ਹੋਣਗੇ, ਕੋਈ ਨਾ ਕੋਈ ਵਿਚਾਰ ਦਾ ਰਸਤਾ ਕੱਢਣਗੇ, ਸਾਰਿਆਂ ਨੂੰ ਸ਼ਾਮਲ ਕਰ ਲੈਣਗੇ, ਨਾਲ ਸਹਿਮਤ ਕਰ ਲੈਣਗੇ। ਜੀ ਬਿਲਕੁਲ ਜੀ। ਉਹ ਨਾਲ ਦੀ ਨਾਲ ਮੰਜਲ ਸਾਹਿਬ ਚੱਲ ਇਸ ਵੇਲੇ ਆਪਾਂ ਜੇ ਕੇਂਦਰ ਸਰਕਾਰ ਦੀ ਗੱਲ ਕਰ ਰਹੇ ਹਾਂ ਜਾਂ ਦੇਸ਼ ਦੀ ਗੱਲ ਕਰ ਰਹੇ ਹਾਂ, ਤੇ ਪਿਛਲੇ ਦਿਨੀ ਮੋਦੀ ਸਾਹਿਬ ਜਾ ਕੇ ਆਏ ਨੇ, ਆਸੀਆਨ ਮੁਲਕਾਂ ਨੂੰ ਮਿਲ ਕੇ ਆਏ ਨੇ, ਆਸੀਆਨ ਇੰਡੀਆ ਸਮਿਟ ਹੋਈ ਆ। ਮੋਦੀ ਜੀ ਨੇ ਉੱਥੇ ਜਿਹੜੀ ਗੱਲ ਆਖੀ ਹੈ ਕਿ ਜਿਹੜੀ 21ਵੀਂ ਸਦੀ ਆ ਉਹ ਏਸ਼ੀਆ ਦੀ ਹੈ, ਆਪਾਂ ਮਿਲ ਕੇ ਅੱਗੇ ਵਧਾਂਗੇ। ਦੂਜੇ ਪਾਸੇ ਅੱਜ ਜਿਹੜੇ ਆ ਜੋ ਬਾਈਡਨ ਅਮਰੀਕਾ ਦੇ ਰਾਸ਼ਟਰਪਤੀ, ਉਹ ਵੀ ਇੰਡੀਆ ਆ ਰਹੇ ਨੇ G20 ਸ਼ਾਮਲ ਹੋਣ ਵਾਸਤੇ, ਤੇ ਪਹਿਲੀ ਹੀ ਮੁਲਾਕਾਤ ਉਹਨਾਂ ਦੀ ਮੋਦੀ ਜੀ ਦੇ ਨਾਲ ਅੱਜ ਹੋਣ ਜਾ ਰਹੀ ਹੈ। ਤੇ ਉਮੀਦ ਕੀਤੀ ਜਾ ਰਹੀ ਹੈ, ਦੇਖਿਆ ਜਾ ਰਿਹਾ ਕਿ ਜ਼ਮੀਨ ਤੋਂ ਲੈ ਕੇ ਪੁਲਾੜ ਤੱਕ ਕਿਹੜੀਆਂ ਸਾਂਝੀਦਾਰੀਆਂ ਦੇ ਉੱਤੇ ਜਿਹੜਾ ਅਮਰੀਕਾ ਤੇ ਭਾਰਤ ਜਿਹੜੇ ਇਕੱਠੇ ਵੱਧਦੇ ਨੇ। ਤੁਹਾਡੀ ਨਜ਼ਰ ਦੇ ਵਿੱਚ ਕਿਹੜੀਆਂ ਸੰਭਾਵਨਾਵਾਂ ਨੇ, ਕਿਵੇਂ ਦੇਖਦੇ ਹੋ G20 ਦੇ ਇਸ ਮਹਾਪਰਵ? ਸੰਧੂ ਸਾਹਿਬ, ਮੋਦੀ ਸਾਹਿਬ ਨੇ ਇਹ ਗੱਲ ਕਹੀ ਕਿ 21ਵੀਂ ਸਦੀ ਆਉਣ ਵਾਲਾ ਸਮਾਂ ਜਿਹੜਾ ਉਹ ਏਸ਼ੀਆ ਕੰਟਰੀਜ਼ ਦਾ ਵਾ, ਇਹ 'ਚ ਕੋਈ ਦੋਰਾਵਾ ਨਹੀਂ, ਇਹ ਬਿਲਕੁਲ ਸੱਚੀ ਗੱਲ ਹੈ। ਔਰ ਉਹਨਾਂ ਨੇ ਇੱਕ ਸੰਕੇਤ ਦੇ ਦਿੱਤਾ, ਏਸ਼ੀਆ ਦੀਆਂ ਸਾਰੀਆਂ ਕੰਟਰੀਆਂ ਜਿਹੜੀਆਂ ਨੇ ਉਹ, ਮੈਂ ਉਮੀਦ ਕਰਦਾ ਕਿ ਹਿੰਦੁਸਤਾਨ ਦੇ ਝੰਡੇ ਥੱਲੇ, ਮਤਲਬ ਕਿ ਕੀ ਕਹਿ ਸਕਦੇ ਆ ਕਿ ਇੱਕ ਲਾਮਬੰਦੀ ਕਰਕੇ ਇੱਕ ਟੀਮ ਵਰਕ ਦੇ ਵਿੱਚ ਕੰਮ ਕਰਨਗੀਆਂ, ਤੇ ਏਸ਼ੀਆ ਜਿਹੜਾ ਵਾ ਉਹ ਵਰਲਡ ਦੀ ਪਾਵਰ ਦੇ ਰੂਪ ਦੇ ਵਿੱਚ, ਇੰਡੀਆ ਦੇ ਝੰਡੇ ਥੱਲੇ ਏਸ਼ੀਆ ਜਿਹੜਾ ਵਾ ਵਰਲਡ ਦੀ ਪਾਵਰ ਦੇ ਰੂਪ ਦੇ ਵਿੱਚ ਸਾਹਮਣੇ ਆਏਗਾ। ਔਰ ਦੂਸਰੀ ਗੱਲ, ਜੋ ਬਾਈਡਨ ਦੇ ਨਾਲ ਅੱਜ ਪ੍ਰਧਾਨ ਮੰਤਰੀ ਸਾਹਿਬ ਦੀ ਮੁਲਾਕਾਤ ਆ, ਜਿਸ ਦੇ ਵਿੱਚ ਪੁਲਾੜ ਤੋਂ ਲੈ ਕੇ ਤੇ ਹੋਰ ਕਈ ਤਰ੍ਹਾਂ ਦੇ ਸਮਝੌਤੇ ਹੋਣ ਦੇ ਆਸਾਰ ਨੇ। ਔਰ ਉਹਦੇ ਵਿੱਚ ਇੱਕ ਹੋਰ ਬੜੀ ਵੱਡੀ ਗੱਲ ਜਿਹੜੀ ਵੇਖਣ ਵਾਲੀ ਗੱਲ ਹੈ ਕਿ ਉਹਦੇ ਵਿੱਚ ਮੈਂ ਉਮੀਦ ਕਰਦਾ ਕਿ ਪ੍ਰਾਈਮ ਮਿਨਿਸਟਰ ਸਾਹਿਬ ਅਮਰੀਕਾ ਵੱਲੋਂ ਚੀਨ ਦੇ ਉੱਤੇ ਕੁਝ ਪਾਬੰਦੀਆਂ ਲਗਵਾਉਣਗੇ ਜਾਂ ਉਹਨਾਂ ਦੇ ਕੋਈ ਲਗਾਮ ਕਸਵਾਉਣਗੇ, ਕਿਉਂਕਿ ਚੀਨ ਦੀ ਜਿਹੜੀ ਵੱਧਦੀ ਉਹ ਕੀ ਕਹਿੰਦੇ ਹੁੰਦੇ ਆ ਆਪ ਉਧਰੀਆਂ ਨੇ, ਉਹਦੇ ਤੇ ਕੰਟਰੋਲ ਕਰਨ ਵਾਸਤੇ ਅਮਰੀਕਾ ਨੂੰ ਉਹਦੇ ਤੇ ਲਾਮਬੰਦ ਕੀਤਾ ਜਾਏਗਾ। ਔਰ ਮੈਂ ਉਮੀਦ ਕਰਦਾ ਕਿ ਅਗਰ ਪੁਲਾੜ ਤੱਕ ਜਾਂ ਹੋਰ ਮਸੌਦਿਆਂ 'ਚ ਹਿੰਦੁਸਤਾਨ ਦਾ ਆਸਵਾਸ਼ਨ ਅਮਰੀਕਾ ਵਾਸਤੇ ਬੜਾ ਜ਼ਰੂਰੀ ਆ, ਤੇ ਅਮਰੀਕਾ ਨੂੰ ਚੀਨ ਦੇ ਉੱਤੇ ਨਕੇਲ ਕਸਣੀ ਵੀ ਜਿਹੜੀ ਉਹ ਜ਼ਰੂਰੀ ਹੋ ਜਾਏਗੀ। ਇਹ ਭਾਰਤ ਵਾਸਤੇ ਬਹੁਤ ਲਾਹੇਵੰਦ ਹੋਵੇਗਾ। ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ ਮੰਜਲ ਸਾਹਿਬ, ਇਹਦੇ ਉੱਤੇ ਇੱਕ ਹੋਰ ਜਿਹੜੀ ਸੂਚਨਾ ਇਹ ਹੈ ਕਿ ਜਿਹੜੇ ਕਵਾਡ ਦੇ ਗਰੁੱਪ ਦੇ ਲੀਡਰ ਨੇ, ਸਾਰੇ ਦੇਸ਼ਾਂ ਦੇ ਕਵਾਡ ਦੇਸ਼ਾਂ ਦੇ ਜਿਹੜੇ ਸਾਥੀ ਨੇ, ਉਹਨਾਂ ਦੇ ਲੀਡਰਾਂ ਨੂੰ ਵੀ ਜਿਹੜਾ ਭਾਰਤ ਆ ਉਹ ਆਉਣ ਵਾਲਾ ਜਿਹੜਾ ਗਣਤੰਤਰ ਦਿਵਸ ਸਮਾਰੋਹ ਹੈ ਉਹਦੇ ਵਿੱਚ ਬੁਲਾਉਣ ਦੀ ਕਹਿੰਦੇ ਤਿਆਰੀ ਜਾਪਦੀ। ਅੰਦਰਲੀ ਖਬਰ ਇਹ ਹੈ, ਜਿਹੜਾ ਤੁਸੀਂ ਚੀਨ ਦੀ ਗੱਲ ਕੀਤੀ, ਚੀਨ ਨੂੰ ਸਖਤ ਸੰਦੇਸ਼ ਦੇਣ ਵਾਸਤੇ ਜ਼ਰੂਰੀ ਹੈ ਕਿ ਭਾਰਤ ਦੇ ਨਾਲ ਜਿਹੜਾ ਬਹੁਤ ਜ਼ਿਆਦਾ ਜਿਹੜੇ ਮੁਲਕ ਨੇ, ਵੱਡੇ ਵੱਡੇ ਮੁਲਕ ਨੇ, ਵੱਖ-ਵੱਖ ਗਰੁੱਪ ਨੇ, ਅਮਰੀਕਾ ਹੋਏ, ਜਾਪਾਨ ਹੋਏ, ਆਸਟ੍ਰੇਲੀਆ ਹੋਏ, ਉਹ ਵੀ ਦਿੱਲੀ ਦੇ ਵਿੱਚ ਉਹਨਾਂ ਨੂੰ ਜਿਵੇਂ ਹੁਣ ਸ਼ਾਮਲ ਹੋ ਰਹੇ ਨੇ। ਤੇ ਇਸ ਤਰ੍ਹਾਂ ਦੇ ਜਿਹੜੇ ਟੱਕਰ ਦੇਣ ਵਾਸਤੇ ਜਿਹੜਾ ਗਰੁੱਪ ਜਿਹੜਾ ਆਪਣਾ ਭਾਰਾ ਗਰੁੱਪ ਜਿਹੜਾ ਉਹ ਕਰ ਸਕਦਾ ਭਾਰਤ। ਇਹ ਤੇ ਨਾਲ ਜਿਹੜੀਆਂ ਉਹ ਸੰਭਾਵਨਾਵਾਂ ਹਲੇ ਮੌਜੂਦ ਨੇ।
तो देखने वाला गल यह है कि G20 ਦੇ ਵਿੱਚ ਕਿਹੜੇ ਮੁਲਕ ਦੇ ਨਾਲ ਔਰ ਸਮੂਹਿਕ ਤੌਰ ਤੇ ਜਿਹੜੇ ਸਾਰੇ ਮੁਲਕ ਨੇ ਉਹ ਕੀ ਫੈਸਲਾ ਲੈਂਦੇ ਨੇ, ਉਹਨੇ ਅਗਲੀ ਜਿਹੜੀ ਗੱਲਬਾਤ ਤੈਅ ਕਰਨੀ ਹੈ ਕਿ ਭਾਰਤ ਜਿਹਦੇ ਬਾਰੇ ਮੋਦੀ ਜੀ ਕਹਿ ਚੁੱਕੇ ਨੇ ਕਿ ਛੇਤੀ ਅਸੀਂ ਵਿਸ਼ਵ ਗੁਰੂ ਬਣ ਜਾਵਾਂਗੇ, ਅਸੀਂ ਜਿਹੜੀ ਸਭ ਤੋਂ ਵੱਡੀ ਤੀਜੀ ਆਰਥਿਕਤਾ ਬਣ ਜਾਵਾਂਗੇ, ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਮੋਦੀ ਸਾਹਿਬ ਵਾਅਦੇ ਕਰ ਰਹੇ ਨੇ, ਮੈਨੂੰ ਲੱਗਦਾ ਕਿ ਉਹਦੇ ਵਾਸਤੇ ਕੋਈ ਨਾ ਕੋਈ ਪਾਈਪਲਾਈਨ ਦੇ ਵਿੱਚ ਜ਼ਰੂਰ ਇਦਾਂ ਦੇ ਸੌਦੇ ਪੱਤੇ ਰੱਖੇ ਹੋਏ ਨੇ ਜਿਹੜੇ ਆਉਣ ਵਾਲੇ ਸਮੇਂ 'ਚ ਸਾਡੇ ਮੂਹਰੇ ਪੋਟਲੀਆਂ ਖੁੱਲਣਗੀਆਂ ਤੇ ਅਸੀਂ ਸਾਰੇ ਲੋਕ ਜਿਹੜੇ ਹੈਰਾਨਗੀ ਨਾਲ ਦੇਖਾਂਗੇ। ਜਿਵੇਂ ਆਪਾਂ ਗੱਲ ਕਰ ਰਹੇ ਸੀ ਸੈਸ਼ਨ ਦੇ ਵਿੱਚ ਵੀ ਸ਼ਾਇਦ ਇਹੀ ਕਾਰਨ ਆ ਕਿ ਹਾਲੇ ਖੁੱਲਿਆ ਨਹੀਂ ਹੈ। ਜਦੋਂ ਪੋਰਟਲੀ ਖੁੱਲੂਗੀ, ਇੱਕ ਦਿਨ ਪਹਿਲਾਂ ਖੋਲੂਗੀ ਪਾਰਟੀ ਜਾਂ 2 ਦਿਨ ਪਹਿਲਾਂ ਜਿਹੜੀ ਖੋਲੀ ਜਾਊਗੀ ਸਰਕਾਰ, ਬਾਕੀ ਜਦੋਂ ਸਰਬ ਪਾਰਟੀ ਮੀਟਿੰਗ ਬੁਲਾਈ ਜਾਊਗੀ ਉਹ 'ਚ ਪਤਾ ਲੱਗੇਗਾ ਕਿ ਊਠ ਜਿਹੜਾ ਕਿਹੜੇ ਕਰਬਟ ਨੂੰ ਬਹਿਦਾ ਜਾਪਦਾ। ਤੇ ਆਪਾਂ ਅਗਲੇ ਮੁੱਦੇ ਤੇ ਗੱਲ ਕਰੀਏ। ਮੰਜ਼ਲ ਸਾਹਿਬ, ਆਪਾਂ ਨਸ਼ਿਆਂ ਦੀ ਗੱਲ ਕਰ ਰਹੇ ਸੀ ਹੁਣੇ, ਨਸ਼ਿਆਂ ਦੇ ਨਾਲ ਨਾਲ ਕਰਜ਼ਿਆਂ ਦੀ ਗੱਲ ਪੰਜਾਬ ਦੀ ਜਿਹੜੀ ਹੋਈ ਹੈ, ਇੱਕ ਰਿਪੋਰਟ ਛਪੀ ਹੋਈ ਹੈ ਕਿ ਪੰਜਾਬ ਦੇ ਜਿਹੜੇ ਕਿਸਾਨ ਨੇ, ਨਾਬਾਰਡ ਦੀ ਰਿਪੋਰਟ ਦੇ ਹਿਸਾਬ ਨਾਲ ਦੱਸਿਆ ਜਾਂਦਾ ਕਿ ਉਹ ਸਭ ਤੋਂ ਵੱਧ ਕਰਜ਼ਾਈ ਨੇ ਇਸ ਵਕਤ। ਹੁਣ ਇਹ ਰਿਪੋਰਟ ਆਈ ਹੈ ਕਿ ਸੂਬੇ ਵਿੱਚ ਲਗਭਗ 25 ਲੱਖ 24.92 ਲੱਖ 24,92,000 ਕਿਸਾਨ ਨੇ ਜਿਨ੍ਹਾਂ ਉੱਤੇ 73,000 ਕਰੋੜ ਰੁਪਏ ਦਾ ਕਰਜ਼ਾ ਹੈ। ਹਰ ਕਿਸਾਨ ਉੱਤੇ ਲਗਭਗ 3 ਲੱਖ ਰੁਪਏ, 2,95,000 ਦਾ ਕਰਜ਼ਾ। ਇਸ ਕਰਜ਼ੇ ਨੂੰ ਕਿਵੇਂ ਦੇਖਦੇ ਹੋ ਤੁਸੀਂ? ਕਿਉਂਕਿ ਆਮ ਤੌਰ ਤੇ ਕਾਰੋਬਾਰ ਦਾ ਸਮਝਿਆ ਜਾਂਦਾ ਵੀ ਜਿਹਦੇ ਉੱਤੇ ਜਿੰਨਾ ਵੱਡਾ ਕਰਜ਼ਾ ਉਹਦਾ ਓਡਾ ਹੀ ਵੱਡਾ ਕਾਰੋਬਾਰ ਆ, ਉਹ ਕਾਰੋਬਾਰ ਜਿਹੜਾ ਵੱਡਾ ਚਲਾ ਰਿਹਾ। ਤੇ ਜਿਹੜੇ ਪੰਜਾਬ ਦੇ ਕਿਸਾਨ ਨੇ, ਇਹ ਤਾਂ ਸਾਨੂੰ ਹੁਣ ਤੱਕ ਪਤਾ ਕਿ ਜਿਹੜੀ ਖੇਤੀ ਮਸ਼ੀਨਰੀ ਲੈਣੀ ਹੈ ਜਾਂ ਟਰੈਕਟਰ ਵੱਡੇ ਲੈਣੇ ਆ, ਉਹਨਾਂ ਉੱਤੇ ਇਨਵੈਸਟਮੈਂਟ ਹੁੰਦੀ ਹੈ, ਜਾਂ ਵਿਆਹ ਸ਼ਾਦੀਆਂ ਉੱਤੇ ਜਿਹੜਾ ਕਿਸਾਨ ਆ ਉਹ ਵੱਡੇ ਕਰਜ਼ੇ ਚੁੱਕ ਕੇ ਜਿਹੜਾ ਉਹ ਆਪਣਾ ਜਿਹੜਾ ਨੱਕ ਉੱਚਾ ਕਰਨ ਦੀ ਕੋਸ਼ਿਸ਼ ਜ਼ਰੂਰ ਕਰਦਾ। ਪਰ ਇਹ ਕਰਜ਼ਾ ਜਿਹੜਾ ਇੰਨਾ ਵਧਿਆ ਹੋਇਆ, ਇਹਨੂੰ ਕਿਵੇਂ ਦੇਖਦੇ ਹੋ? ਇਹਨੂੰ ਸਹਿਜੇ ਲੈਣਾ ਚਾਹੀਦਾ ਜਾਂ ਇਹਦੇ 'ਚ ਕੋਈ ਚਿੰਤਾ ਵਾਲੀ ਗੱਲ ਹੈ? ਸੰਧੂ ਸਾਹਿਬ, ਇਹ ਸਹਿਜੇ ਲੈਣ ਵਾਲੀ ਗੱਲ ਨਹੀਂ, ਇਹ ਬਹੁਤ ਚਿੰਤਾ ਦਾ ਵਿਸ਼ੇ ਆ। ਔਰ ਜਿਹੜਾ ਤੇ ਗਰੀਬ ਗੁਰਬਾ ਕਿਸਾਨ ਹੈ ਉਹ ਇਸ ਕਰਜ਼ੇ ਦੀ ਮਾਰ ਚੋਂ ਸਾਰੀ ਉਮਰ ਨਿਕਲ ਹੀ ਨਹੀਂ ਪਾਉਂਦਾ ਤੇ ਐਂਡਲੇ ਡੇ ਦੇ ਵਿੱਚ ਉਹ ਅਖੀਰ ਜਦੋਂ ਉਹਦੇ ਹੱਥ ਖੜੇ ਹੋ ਜਾਂਦੇ ਨੇ ਖੁਦਕੁਸ਼ੀ ਦਾ ਰਸਤਾ ਅਪਣਾਉਂਦਾ। ਪਰ ਇਹਦੇ ਵਿੱਚ ਕਸੂਰਵਾਰ ਕੋਈ ਦੂਜਾ ਨਹੀਂ, ਇਹ ਸਾਡੇ ਆਪਣੇ ਹੀ ਭੈਣ ਭਰਾ ਕਸੂਰਵਾਰ ਨੇ। ਉਹਦਾ ਕਾਰਨ ਕੀ ਆ? ਜਿਵੇਂ ਅਸੀਂ ਗੱਲ ਕੀਤੀ ਕਿ ਨੱਕ ਉੱਚਾ ਰੱਖਣ ਵਾਸਤੇ, ਅਣਖ, ਨੱਕ ਉੱਚਾ, ਇਹ ਜਿਹੜੀਆਂ ਨੇ ਫੋਕੀਆਂ ਗੱਲਾਂ ਨੇ ਜਿਨ੍ਹਾਂ ਦੇ ਵਿੱਚ ਸਾਡੇ ਲੋਕ ਉਲਝ ਕਰਕੇ ਵੱਡੇ ਕਰਜ਼ੇ ਲੈ ਕਰਕੇ ਬੱਚਿਆਂ ਦੇ ਵਿਆਹ ਕਰ ਲਏ, ਵੱਡੀਆਂ ਗੱਡੀਆਂ ਲੈ ਲਈਆਂ। ਇਹ ਫੁਕਰਾਪੰਤੀ ਆਪਾਂ ਇਹਨੂੰ ਕਹਿੰਦੇ, ਫੁਕਰਪੰਤੀਆਂ ਦੇ ਚੱਕਰ ਦੇ ਵਿੱਚ ਆ ਕਰਕੇ ਅਸੀਂ ਆਪਣਾ ਆਪ ਬਰਬਾਦ ਕਰ ਲੈਂਦੇ ਆ। 73,000 ਕਰੋੜ ਦਾ ਕਰਜ਼ਾ, ਇਹ ਬਿਗ ਅਮਾਉਂਟ, ਇਹ ਬੜੀ ਚਿੰਤਾ ਦਾ ਵਿਸ਼ੇ ਆ। ਔਰ ਇਹਦੇ ਉੱਤੇ ਕੁਝ ਸਾਡੇ ਲੋਕਾਂ ਨੂੰ ਆਪ ਸਮਝਦਾਰੀ ਵਰਤਣ ਦੀ ਜ਼ਰੂਰਤ ਹੈ ਵੀ ਭਾਈ ਆਪਣੀ ਫੋਕੀ ਸ਼ੋਹਰਤ ਦੇ ਚੱਕਰ ਦੇ ਵਿੱਚ ਆ ਕਰਕੇ ਅਸੀਂ ਵੱਡੇ ਕਰਜ਼ੇ ਲੈ ਕਰਕੇ ਇਹਦੇ ਨਾਲ ਸਾਡਾ ਭਲਾ ਨਹੀਂ ਹੋਣ ਲੱਗਾ। ਹਾਂ, ਜਿਨ੍ਹਾਂ ਦੇ ਕਾਰੋਬਾਰ ਸੈੱਟ ਨੇ, ਵੱਡੇ ਜ਼ਮੀਂਦਾਰ ਨੇ, ਉਹਨਾਂ ਨੂੰ ਆਪਣੇ ਸੰਦ ਖਰੀਦਣ ਵਾਸਤੇ ਜਾਂ ਕੁਝ ਹੋਰ ਕੰਮਾਂ ਵਾਸਤੇ ਕਰਜ਼ੇ ਲਏ ਨੇ, ਉਹ ਇੱਕ ਅਲੱਗ ਚੀਜ਼ ਆ। ਤੇ ਜੇ ਅਸੀਂ ਆਪਣੀ ਸ਼ੋਹਰਤ ਤੇ ਫੁਕਰਾਪੰਤੀ ਵਾਸਤੇ ਕਰਜ਼ੇ ਲੈ ਕਰਕੇ ਤੇ ਮੁੜ ਕੇ ਖੁਦਕੁਸ਼ੀਆਂ ਕਰਨੀਆਂ, ਇਹ ਬੜੀ ਚਿੰਤਾ ਦਾ ਵਿਸ਼ਾ। ਔਰ ਇਹਦੇ ਵਿੱਚ ਸਰਕਾਰਾਂ ਨਾਲੋਂ ਵੱਧ ਜ਼ਰੂਰਤ ਸਾਡੇ ਕਿਸਾਨਾਂ ਨੂੰ, ਕਿਸਾਨ ਜਾਂ ਨਹੀਂ ਬੜੀ ਜਿਹੜੇ ਵੀ ਲੋਕ ਸਿਰਫ ਸ਼ੋਹਰਤ ਵਾਸਤੇ ਕਰਜ਼ੇ ਲੈ ਕੇ ਆਪਣੀ ਫੁਕਰਾਪੰਤੀ ਦਿਖਾਉਣ ਵਾਸਤੇ ਇਹ ਕੰਮ ਕਰਦੇ ਨੇ। ਤੇ ਭਰਾ ਮੇਰੇ ਹੱਥ ਜੋੜ ਕੇ ਬੇਨਤੀ ਹੈ ਤੇ ਜੋ ਬਾਹਰ ਆ ਜਾਈਏ। ਇਸ ਦੇ ਨਾਲ ਅਸੀਂ ਆਪਣਾ ਸਾਰਾ ਕੁਝ ਬਰਬਾਦ ਕਰ ਲੈਂਦੇ ਆ। ਜਦੋਂ ਕਰਜ਼ੇ ਦਿੱਤੇ ਨਹੀਂ ਜਾਂਦੇ, ਬੈਂਕਾਂ ਦੀਆਂ ਰਿਕਵਰੀਆਂ ਬੜੀਆਂ ਸਖਤ ਨੇ। ਤੇ ਮੇਰੀ ਸਰਕਾਰ ਨੂੰ ਵੀ ਬੇਨਤੀ ਆ ਵੀ ਇਹਦੇ ਪ੍ਰਤੀ ਕੋਈ ਸੁਚਾਰੂ ਸੋਚ ਰੱਖਦੇ ਹੋਏ ਕੋਈ ਪਾਲਿਸੀ ਐਸੀ ਲਿਆਂਦੀ ਜਾਵੇ, ਜਿਵੇਂ 5 ਕਿੱਲੇ ਤੋਂ ਘੱਟ ਵਾਲੇ ਕਿਸਾਨ ਨੇ ਜਾਂ ਉਹਨਾਂ ਨੂੰ ਕੋਈ ਰਿਆਇਤਾਂ ਦੇ ਦਿੱਤੀਆਂ ਜਾਣ, ਉਹਨਾਂ ਨੂੰ ਇਹਨਾਂ ਚੀਜ਼ਾਂ ਚੋਂ ਕੱਢਿਆ ਜਾਵੇ। ਤੇ ਨਾਲ ਦੀ ਨਾਲ ਮੇਰੀ ਉਹਨਾਂ ਕਿਸਾਨਾਂ ਨੂੰ ਵੀ ਬੇਨਤੀ ਹੈ ਕਿ ਭਾਈ ਤੁਸੀਂ ਇਸ ਚੀਜ਼ ਤੋਂ ਬਾਹਰ ਆ ਜਾਓ। ਦੁਬਾਰਾ ਜੇ ਸਰਕਾਰਾਂ ਕੋਈ ਇਹੋ ਜਿਹੀ ਪਾਲਿਸੀ ਲਿਆਉਂਦੀਆਂ ਨੇ ਤੇ ਤੁਸੀਂ ਦੁਬਾਰਾ ਨਾ ਇਹਨਾਂ ਚੱਕਰਵਿਊਹ 'ਚ ਫਸੋ। ਤੇ ਇਹ ਗਲਤੀਆਂ ਆਪਣੀਆਂ ਹੀ ਨੇ ਸੰਧੂ ਸਾਹਿਬ, ਕਿਸੇ ਹੋਰ ਦਾ ਦੋਸ਼ ਨਹੀਂ, ਬਟ ਇਹ ਵਿਸ਼ਾ ਬਹੁਤ ਚਿੰਤਾ ਦਾ ਹੈ। ਪਰ ਮੰਜ਼ਲ ਸਾਹਿਬ, ਆਪਾਂ ਕਿਸਾਨਾਂ ਦੇ ਕਰਜ਼ੇ ਦੀ ਜਦੋਂ ਗੱਲ ਕਰਦੇ ਆ, ਆਮ ਤੌਰ ਤੇ ਸਾਡੇ ਬੁਲਾਰੇ ਕਾਫੀ ਇਮੋਸ਼ਨਲ ਨਜ਼ਰ ਆਉਂਦੇ ਨੇ ਕਿਸਾਨੀ ਦੇ ਬਾਰੇ। ਜਦੋਂ ਦੇਖਿਆ ਇਹ ਜਾਂਦਾ ਪ੍ਰੈਕਟੀਕਲੀ, ਤੁਸੀਂ ਕਹਿੰਦੇ ਹੋ ਕਿ ਸਰਕਾਰਾਂ ਨੂੰ ਇੱਧਰ ਧਿਆਨ ਦੇਣਾ ਚਾਹੀਦਾ, ਪਾਲਿਸੀ ਬਣਾਉਣੀ ਚਾਹੀਦੀ। ਸਰਕਾਰਾਂ ਨੇ ਪਾਲਿਸੀ ਤੇ ਬਣਾਈ ਹੋਈ ਹੈ ਕਿ ਕਿਸਾਨਾਂ ਦਾ ਕਰਜ਼ਾ ਮਾਫ। ਇਹ ਨਹੀਂ ਦੇਖਿਆ ਜਾਂਦਾ ਕਿ ਕਰਜ਼ਾ ਕਿਹੜੇ ਕੰਮ ਲਈ ਲਿਆ ਸੀ, ਕਿੱਥੇ ਲੱਗਾ, ਕਿੱਥੇ ਨਹੀਂ ਲੱਗਾ, ਕਿਹੜੀ ਚੀਜ਼ ਦਾ ਘਾਟਾ ਪਿਆ ਜਾਂ ਕੀ ਗੱਲ ਆ। ਖੇਤੀਬਾੜੀ ਦਾ ਜਿਹੜਾ ਨੁਕਸਾਨ ਆ, ਖੇਤੀਬਾੜੀ ਦਾ ਨੁਕਸਾਨ ਤੇ ਸਰਕਾਰ ਜਿਹੜਾ ਪੂਰਾ ਕਰਨਾ ਆਪਣਾ ਫਰਜ਼ ਸਮਝਦੀ ਹੈ, ਸਮਝਣਾ ਵੀ ਚਾਹੀਦਾ। ਪਰ ਜਿਹੜੇ ਇੱਧਰ ਉੱਧਰ ਦੇ ਖਰਚੇ ਆ, ਜਿਹੜੀ ਤੁਸੀਂ ਗੱਲ ਕਹਿ ਰਹੇ ਆ ਕਿ ਅਸੀਂ ਆਪਣਾ ਨੱਕ ਰੱਖਣ ਵਾਸਤੇ ਜਿਹੜਾ ਮਹਿੰਗੇ ਟਰੈਕਟਰ ਲੈ ਲੈਂਦੇ, ਉੱਤੇ ਡੀਜੇ ਵੱਡੇ ਚਲਾ ਲੈਂਦੇ ਆ, ਤੇ ਅਸੀਂ ਮੋਟਰਸਾਈਕਲ ਵੀ ਵਧੀਆ ਰੱਖਣਾ ਤੇ ਗੱਡੀਆਂ ਵੀ ਅਸੀਂ ਵੱਡੀਆਂ ਡਰਾਈਵਰ ਹੀ ਰੱਖਣੀਆਂ ਨੇ। ਤੇ ਜੇ ਇਦਾਂ ਦੇ ਹਾਲਾਤ ਜਿਹੜੇ ਖੁਦ ਪੈਦਾ ਕੀਤੇ ਜਾਣ ਕਰਜ਼ੇ ਚੁੱਕੇ, ਤੇ ਫਿਰ ਇਸ ਗੱਲ ਦਾ ਰੌਲਾ ਪਾਇਆ ਜਾਵੇ ਕਿ ਅਸੀਂ ਤਾਂ ਜੀ ਕਰਜ਼ਾਈ ਹੋ ਗਏ।
ਮੈਂ ਦੇਖਦਾ ਹੁੰਦਾ ਅਕਸਰ ਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਉਹਨਾਂ ਦੇ ਕੋਲੋਂ ਮੈਨੂੰ ਦੋ ਚੀਜ਼ਾਂ ਦਾ ਜ਼ਿਆਦਾ ਪਤਾ ਲੱਗਦਾ ਕਿ ਸਰਕਾਰਾਂ ਜਾਂ ਤਾਂ ਜਿਹੜੇ ਬਹੁਤ ਵੱਡੇ ਧਨਾਨ ਨੇ ਜਿਨ੍ਹਾਂ ਨੂੰ ਅਡਾਨੀ ਅਬਾਨੀ ਕਹਿੰਦੇ ਨੇ ਜਾਂ ਤਾਂ ਉਹਨਾਂ ਦੇ ਕਰਜ਼ੇ ਮਾਫ ਕਰਦੀਆਂ ਨੇ ਤੇ ਜਾਂ ਫਿਰ ਜਿਹੜੇ ਗਰੀਬ ਦੇ ਨਾਂ ਦੇ ਜਿਹੜਾ ਕਿਸਾਨ ਜਿਹੜਾ ਕਰਜ਼ਾ ਚੁੱਕ ਲੈਂਦੇ ਖੇਤੀਬਾੜੀ ਦੇ ਨਾਂ ਤੇ ਅੰਨਦਾਤਾ ਹੋਣ ਦੇ ਨਾਂ ਤੇ ਜਾਂ ਫਿਰ ਉਹਨਾਂ ਦੇ ਕਰਜ਼ੇ ਮਾਫ ਹੁੰਦੇ ਆ। ਜਿਹੜਾ ਤੁਹਾਡੇ ਮੇਰੇ ਵਰਗਾ ਵਿਚਕਾਰਲੇ ਮੇਲ ਦਾ ਵਿਅਕਤੀ ਹੈ ਚਾਹੇ ਕੋਈ ਨੌਕਰੀ ਕਰਦਾ ਚਾਹੇ ਆਮ ਕਾਰੋਬਾਰੀ ਹੈ ਦੁਕਾਨਦਾਰ ਹੈ ਘਾਟੇ ਤੇ ਬੜੀ ਦੁਨੀਆ ਨੂੰ ਪੈਂਦੇ ਨੇ ਪਰ ਸਰਕਾਰਾਂ ਉਹਨਾਂ ਦੀ ਬਾਂਹ ਨਹੀਂ ਫੜਦੀਆਂ। ਕਿਵੇਂ ਦੇਖਦੇ ਹੋ ਇਹਨਾਂ ਨੀਤੀਆਂ? ਸੰਧੂ ਸਾਹਿਬ ਦੋ ਚੀਜ਼ਾਂ ਦਾ ਫਰਕ ਆ ਜਾਂਦਾ ਹੈ। ਜਿਹੜਾ ਕਾਰੋਬਾਰੀ ਹੈ ਜਾਂ ਬਿਜ਼ਨਸਮੈਨ ਹੈ ਉਹਦੇ ਨਾਲ ਵੀ ਕੁਝ ਛੋਟੇ ਲੈਵਲ ਦੇ ਉੱਤੇ ਜੇ ਕੋਈ ਧੱਕਾ ਹੁੰਦਾ ਵਾ ਗਰੀਬ ਗੁਰਬੇ ਨਾਲ ਕੋਈ ਮਾੜੀ ਗੱਲ ਹੋ ਜਾਂਦੀ ਹੈ ਤੇ ਉਹਦੇ 'ਚ ਸਰਕਾਰ ਨੂੰ ਬਾਂਹ ਫੜਨੀ ਚਾਹੀਦੀ ਹੈ, ਇਹਦੇ 'ਚ ਕੋਈ ਦੋ ਰਾਵਾਂ ਨਹੀਂ। ਬਟ ਜਿਹੜੀ ਕਿਸਾਨੀ ਹੈ ਨਾ ਇਹ ਕੁਦਰਤ ਦੇ ਉੱਤੇ ਬੇਸਡ ਹੈ ਸਾਰੀ। ਜਿੱਦਾਂ ਹੁਣ ਕੁਦਰਤ ਦੀ ਕਰੋਪੀ ਆ ਗਈ, ਹੜ੍ਹ ਆ ਗਏ, ਕਿਸਾਨ ਕੀ ਕਰੇਗਾ? ਮਤਲਬ ਕਿੱਲਿਆਂ ਦੇ ਕਿੱਲੇ ਕਿਲੋਮੀਟਰਾਂ ਦੇ ਕਿਲੋਮੀਟਰ ਫਸਲਾਂ ਵਹਿ ਗਈਆਂ ਤਬਾਹ ਹੋ ਗਈਆਂ। ਹੁਣ ਉਹਦੇ 'ਚ ਕਿਸਾਨ ਦਾ ਕੋਈ ਰੋਸ ਕਸੂਰ ਨਹੀਂ ਆ, ਕੁਦਰਤ ਤੇ ਬੇਸਡ ਆ। ਕੁਦਰਤ ਦੀ ਕਰੋਪੀ ਜਦੋਂ ਆਉਂਦੀ ਆ ਉਹਦੇ ਵਿੱਚ ਇੱਕ ਗੱਲ ਮੈਂ ਆਪ ਜੀ ਦੇ ਧਿਆਨ ਜ਼ਰੂਰ ਲਿਆਣੀ ਚਾਹੁੰਦਾ। ਜਦੋਂ ਆਪਾਂ ਇਹ ਗੱਲ ਕਰਦੇ ਜਿਹੜੇ ਸਾਡੇ ਸੂਝਵਾਨ ਦਰਸ਼ਕ ਨੇ ਦੇਖ ਰਹੇ ਉਹ ਕਈ ਵਾਰੀ ਸਵਾਲ ਅੱਗੇ ਉਹ ਕਰਦੇ ਨੇ, ਉਹ ਕਹਿੰਦੇ ਠੀਕ ਹੈ ਜੀ ਤੁਸੀਂ ਗੱਲ ਕਰਦੇ ਹੋ ਪਰ ਹੁਣੇ ਤਾਂ ਹਰੇ ਸਰਕਾਰ ਗਿਰਦਾਵਰੀ ਕਰਕੇ ਹਟੀ ਹੈ, ਨਾਲ ਹੀ ਉਹਨਾਂ ਦੀ ਜਿਹੜੀ ਆਪੂਰਤੀ ਕਰ ਦਿੱਤੀ ਜਾਂਦੀ ਹੈ। ਉਹਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਜਿੰਨਾ ਉਹਦਾ ਖਰਚਾ ਆਇਆ ਹੁੰਦਾ ਸਾਰਾ ਜਿਹੜਾ ਉਹਦੀ ਪੂਰਤੀ ਕਰਤੀ ਜਾਂਦੀ ਵੀ ਘਾਟਾ ਨਾ ਪਵੇ, ਕਿਸਾਨ ਦਾ ਹੌਸਲਾ ਨਾ ਟੁੱਟੇ। ਪਰ ਕਰਜ਼ਿਆਂ ਦੀ ਗੱਲ ਜਿਹੜੀ ਵੱਖਰੀ ਹੈ, ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਕਿਸਾਨ ਜਿਹੜਾ ਹੜ੍ਹਾਂ ਨਾਲ ਜੇ ਕੋਈ ਨੁਕਸਾਨ ਹੋਇਆ ਹੋਵੇ ਤੇ ਉਹਦੇ ਵਾਸਤੇ ਉਹਨੂੰ ਕਰਜ਼ਾ ਲੈ ਕੇ ਜਿਹੜਾ ਉਹ ਅਗਲੀ ਜਿਹੜੀ ਹੈ ਰੋਟੀ ਰੋਜੀ ਚਲਾਉਣ ਦੀ ਲੋੜ ਪਈ ਹੋਵੇ। ਤੇ ਇਹ ਫਿਰ ਕੰਮ ਜਿਹੜਾ ਉਹ ਕਿੱਧਰ ਨੂੰ ਗੱਲ ਜਾਂਦੀ ਹੈ? ਨਹੀਂ ਸੰਧੂ ਸਾਹਿਬ ਮੈਂ ਪਹਿਲਾਂ ਵੀ ਤੁਹਾਨੂੰ ਬੇਨਤੀ ਕੀਤੀ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਨਾ ਕਰਜ਼ਿਆਂ ਦੀ, ਕਰਜ਼ੇ ਜੇ ਤੇ ਕੰਮ ਵਾਸਤੇ ਲਏ ਜਾਣ ਤੇ ਫਿਰ ਉਹਦੇ 'ਚ ਕਦੀ ਵੀ ਘਾਟਾ ਨਹੀਂ ਪੈਂਦਾ। ਫਿਰ ਉਹ ਜਿਵੇਂ ਟਰੈਕਟਰ ਲੈ ਲਿਆ ਜਾਂ ਸੰਦਾਂ ਵਾਸਤੇ ਚੀਜ਼ ਲਈ ਉਹ ਤੁਹਾਨੂੰ ਨੁਕਸਾਨ ਨਹੀਂ ਕਰੇਗੀ। ਤੇ ਜੇ ਅਸੀਂ ਲੈ ਕੇ ਵਿਆਹ ਕਰ ਲਿਆ, ਜੇ ਅਸੀਂ ਕਰਜ਼ਾ ਲੈ ਕੇ ਗੱਡੀ ਲੈ ਲਈ ਤੇ ਗੱਡੀ ਦੇ ਤੇ ਪੈਸੇ ਘਟਣੇ ਹੀ ਆ, ਉਹ ਚੀਜ਼ਾਂ ਲੋਸ 'ਚ ਲੈ ਜਾਂਦੀਆਂ। ਇੱਥੋਂ ਹੀ ਕਿਸਾਨ ਜਿਹੜਾ ਸਾਡਾ ਕਰਜ਼ੇ ਦੀ ਮਾਰ ਥਲੇ ਮਰਦਾ ਆ। ਤੇ ਹਾਂ ਕੋਈ ਇੱਕ ਦੋ ਕੇਸ ਇਹਦੇ 'ਚ ਵੀ ਹੈਗੇ ਨੇ ਜਿਹ 'ਚ ਜੈਨੂਇਨ। ਸੌਰੀ ਮੈਂ ਤੁਹਾਨੂੰ ਰੋਕਣਾ ਚਾਹੂੰਗਾ, ਮੈਨੂੰ ਇੱਕ ਸਵਾਲ ਯਾਦ ਆ ਗਿਆ ਭੁੱਲ ਨਾ ਜਾਵੇ ਜੀ। ਮੈਂ ਪਿੱਛੇ ਜੇ ਖੇਤੀਬਾੜੀ ਵਿਭਾਗ ਵਾਲਿਆਂ ਕੋਲ ਗਿਆ ਸੀ, ਮੈਂ ਇਹਨਾਂ ਨੂੰ ਕਿਹਾ ਸੀ ਯਾਰ ਖੁਦਕੁਸ਼ੀਆਂ ਦੀ ਕਿਸਾਨਾਂ ਦੀਆਂ ਦੀ ਬਹੁਤ ਗੱਲ ਹੁੰਦੀ ਹੈ, ਪਤਾ ਲਾਉਣਾ ਚਾਹੀਦਾ ਵੀ ਸਾਨੂੰ ਦੱਸਿਓ ਤਾਂ ਸੀ ਥੋੜਾ ਜਿਹਾ ਵੀ ਖੁਦਕੁਸ਼ੀ ਕਰਨ ਦੇ ਕੀ ਕਾਰਨ ਸੀ, ਕਿੰਨੇ ਕੁ ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ। ਤੇ ਮੇਰਾ ਖਿਆਲ ਹੈ ਖੇਤੀਬਾੜੀ ਵਿਭਾਗ ਵਾਲਿਆਂ ਦਾ ਕਹਿਣਾ ਸੀ ਵੀ ਭਾਈ ਜਲੰਧਰ ਜ਼ਿਲ੍ਹੇ ਦੇ ਵਿੱਚ ਤਾਂ ਹੁਣ ਤੱਕ ਟੋਟਲ ਜਿਹੜੇ ਆ 4 ਕਿਸਾਨ ਨੇ ਜਿਨ੍ਹਾਂ ਨੇ ਖੁਦਕੁਸ਼ੀ ਕੀਤੀ ਹੈ। ਤੇ ਮੈਨੂੰ ਨਹੀਂ ਲੱਗਦਾ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਖੁਦਕੁਸ਼ੀ ਕਰਦੇ ਨੇ। ਜਦੋਂ ਖੁਦਕੁਸ਼ੀ ਹੁੰਦੀ ਵੀ ਹੈ ਰੌਲਾ ਰੱਪਾ ਇਸ ਤਰੀਕੇ ਨਾਲ ਪਾਇਆ ਜਾਂਦਾ ਕਿ ਸਰਕਾਰਾਂ ਉਹਨਾਂ ਦੇ ਪਰਿਵਾਰਾਂ ਨੂੰ ਲੱਖਾਂ ਰੁਪਏ ਇਹਦੇ ਵਿੱਚ ਦੇ ਦਿੰਦੀਆਂ। ਕਿਤੇ ਨਾ ਕਿਤੇ ਜਿਹੜੇ ਹੁਸ਼ਿਆਰ ਲੋਕ ਨੇ ਉਹ ਆਪਣੇ ਬਜ਼ੁਰਗਾਂ ਦੀ ਜਾਂ ਮਜਬੂਰੀ ਵਾਸਤੇ ਜਿਹੜੀ ਮੌਤ ਹੋਈ ਹੁੰਦੀ ਹੈ ਜਾਂ ਉਹਨਾਂ ਨੂੰ ਜਿਹੜੇ ਲੀਡਰਸ਼ਿਪ ਵਰਗੇ ਲੋਕ ਨੇ ਲੀਡਰ ਵਾਲੇ ਲੀਡਰੀ ਚਮਕਾਉਣ ਵਾਸਤੇ ਜਿਹੜੇ ਲੋਕ ਅੱਗੇ ਆਉਂਦੇ ਨੇ ਉਹਦੇ ਰਾਹੀਂ ਜਿਹੜੇ ਕਹਿੰਦੇ ਉਹ ਤਾਲਮੇਲ ਕਰਕੇ ਇਸ ਗੱਲ ਦਾ ਰੌਲਾ ਵੀ ਕਈ ਵਾਰੀ ਜ਼ਿਆਦਾ ਪੈ ਜਾਂਦਾ ਕਿ ਲਓ ਜੀ ਸਰਕਾਰ ਪੁੱਛਦੀ ਨਹੀਂ ਜੀ, ਸਰਕਾਰ ਨੂੰ ਇਹਦੀ ਸਪੋਰਟ ਕਰਨੀ ਚਾਹੀਦੀ ਹੈ। ਤੇ ਇਹ ਕਦੇ ਨਹੀਂ ਦੇਖਿਆ ਜਾਂਦਾ ਵੀ ਜਿਹੜਾ ਉਹ ਕਰਜ਼ਾ ਚੜਿਆ ਸੀ ਉਹਦਾ ਬੇਸਿਕ ਕਾਰਨ ਕੀ ਸੀ। ਸਰਕਾਰਾਂ ਵੀ ਆਪਣੀਆਂ ਜਿਹੜੀਆਂ ਪਾਰਟੀਆਂ ਨੇ ਉਹ ਵੀ ਵੋਟਾਂ ਚਮਕਾਉਣ ਵਾਸਤੇ ਉਹ ਵੀ ਅੱਖਾਂ ਬੰਦ ਕਰਕੇ ਜਿਹੜੀਆਂ ਉਹ ਉਹਨਾਂ ਦੇ ਵਾਸਤੇ ਜਿਹੜੇ ਆ ਉਹ ਰਹਿਤਾਂ ਜਿਹੜੀਆਂ ਉਹ ਪ੍ਰਦਾਨ ਕਰਦੀਆਂ ਨੇ। ਪਰ ਜਿਹੜੇ ਸਮਾਜ ਦੇ ਹੋਰ ਵਰਗ ਨੇ ਅਸੀਂ ਇਹ ਨਹੀਂ ਕਹਿੰਦੇ ਕਿਉਂ ਕਰਦੀਆਂ, ਕਰਨ ਜੀ ਸਦਕੇ ਹੈਗਾ ਪੈਸਾ ਹੱਕ ਬਣਦਾ। ਪਰ ਜੇ ਹੱਕ ਕਿਸਾਨ ਦਾ ਬਣਦਾ, ਅੰਨਦਾਤੇ ਦਾ ਬਣਦਾ ਤੇ ਹਰ ਕੋਈ ਵਿਅਕਤੀ ਜਿਹੜਾ ਕੰਮ ਕਰਕੇ ਜੇ ਕੋਈ ਕੱਪੜਿਆਂ ਦਾ ਦਾਤਾ ਆ, ਕੋਈ ਕਿਸੇ ਚੀਜ਼ ਦਾ ਦਾਤਾ ਆ, ਹਰ ਕਾਰੋਬਾਰੀ ਬੰਦਾ ਦਾਤਾ ਹੀ ਹੈ ਜਿਹੜਾ ਦੂਜੇ ਲਈ ਕੰਮ ਕਰਕੇ ਦਿੰਦਾ। ਕਿਉਂਕਿ ਜਿਵੇਂ ਕਿਸਾਨ ਫਸਲ ਬੀਜਦਾ ਨਾ ਤਾਂ ਉਹ ਮੁਫਤ ਵੰਡਦਾ, ਨਾ ਹੀ ਜਿਹੜਾ ਕੋਈ ਕਾਰੋਬਾਰੀ ਹੈ ਨਾ ਹੀ ਉਹ ਚੀਜ਼ ਮੁਫਤ ਵੰਡਦਾ। ਤੇ ਲੇਕਿਨ ਜੇ ਦਿੱਕਤ ਜਦੋਂ ਆਉਂਦੀ ਹੈ ਤੇ ਫਿਰ ਉਸ ਵਕਤ ਜਿਹੜਾ ਆਮ ਵਿਅਕਤੀ ਦੁਕਾਨਦਾਰ ਹੈ ਉਹਨੂੰ ਪਿੱਛੇ ਕਿਉਂ ਸੁੱਟਿਆ ਜਾਂਦਾ? ਤੁਸੀਂ ਉਸ ਜਿਹੜਾ ਪਿੱਛੇ ਸੁੱਟਣ ਵਾਲੀ ਗੱਲ ਉਹਨੂੰ ਕਿਵੇਂ ਦੇਖਦੇ? ਸੰਧੂ ਸਾਹਿਬ ਮੈਂ ਇੱਕ ਬੇਨਤੀ ਕਰਾਂ ਪਹਿਲਾਂ ਤੇ ਜਿਹੜੇ ਆਮ ਵਿਅਕਤੀ ਦੀ ਜਿਹਦੀ ਅਸੀਂ ਚਰਚਾ ਕਰ ਰਹੇ ਹਾਂ ਉਹਨੂੰ ਲੋਨ ਲੈਣਾ ਹੀ ਇੱਕ ਬੜਾ ਵੱਡਾ ਪ੍ਰੋਜੈਕਟ ਬਣ ਜਾਂਦਾ। ਉਹ ਵਿਚਾਰੇ ਨੂੰ ਲੋਨ ਹੀ ਨੇ, ਸਰਕਾਰਾਂ ਨੇ ਬੜੀਆਂ ਸਕੀਮਾਂ ਕੱਢੀਆਂ, ਮੁਦਰਾ ਸਕੀਮ ਕੱਢੀ, ਪਰ ਲੇਕਿਨ ਜਦੋਂ ਉਹਨੂੰ ਪ੍ਰੈਕਟੀਕਲ 'ਚ ਅਸੀਂ ਜਾਂਦੇ ਹਾਂ ਤੇ ਉਹਨਾਂ ਗਰੀਬਾਂ ਦੀ ਬਾਂਹ ਨਹੀਂ ਫੜੀ ਜਾਂਦੀ। ਉਹ ਤਾਂ ਹੀ ਉਹ ਲੋਕ ਵਿਚਾਰੇ ਪਛੜੇ ਹੋਏ ਨੇ। ਔਰ ਮੈਂ ਇੱਕ ਇਹ ਗੱਲ ਮਹਿਸੂਸ ਕੀਤੀ ਹੈ ਕਿ ਜਿਹੜਾ ਕਾਰੋਬਾਰ ਕਰਨ ਵਾਲਾ ਬੰਦਾ ਜਾਂ ਛੋਟੇ ਤੋਂ ਛੋਟਾ ਵੀ ਕੋਈ ਦੁਕਾਨਦਾਰੀ ਕਰਨ ਵਾਲਾ ਬੰਦਾ ਉਹਦੇ ਵਿੱਚ ਲੋਨ ਕਰਪਟ ਕਰਨ ਦੀ ਨੀਤੀ ਨਹੀਂ ਹੈਗੀ। ਕੰਮ ਕਰਨ ਵਾਲਾ ਬੰਦਾ ਹਮੇਸ਼ਾ ਇਹ ਸੋਚ ਰੱਖ ਕੇ ਕੰਮ ਕਰਦਾ ਕਿ ਮੈਂ ਪੈਸੇ ਵਾਪਸ ਕਰਨੇ ਨੇ। ਕੋਈ ਬਹੁਤ ਵੱਡੀ ਮਜਬੂਰੀ ਹੋ ਗਈ ਜਿਹਦੇ ਵਿੱਚ ਉਹ ਨਹੀਂ ਕਰ ਪਾਉਂਦਾ। ਈਵਨ ਦੈਨ ਇਹ ਰੇਸ਼ੋ ਜਿਹੜੀ ਆ ਤੁਹਾਨੂੰ ਕਾਰੋਬਾਰੀਆਂ ਦੇ ਵਿੱਚ ਬਹੁਤ ਘੱਟ ਲੱਭੇਗੀ ਜਿਹੜੇ ਬੈਂਕ ਦੇ ਨਾਲ ਫਰੋਡ ਕਰਨ ਦੀ ਨੀਅਤ ਨਾਲ। ਹਾਂ ਕਿਸੇ ਦੇ ਕੋਈ ਕਰੋਪੀ ਆ ਗਈ, ਕੋਈ
ਸੀਨ ਹੀ ਜਿਵੇਂ ਕਰੋਨਾ ਦਾ ਸੀਨ ਚੱਲਿਆ, ਲੋਕਾਂ ਦਾ ਬਹੁਤ ਵੱਡੇ ਲੈਵਲ ਤੇ ਨੁਕਸਾਨ ਹੋ ਗਿਆ, ਇਸ ਲੈਵਲ ਦੇ ਉੱਤੇ ਜਾ ਕੇ ਕੁਝ ਲੋਕ ਕਰਪਟ ਹੋ ਗਏ ਹੋਣਗੇ। ਈਵਨ ਦੈਨ ਮੈਂ ਇਹ ਮਹਿਸੂਸ ਕੀਤੀ ਆ ਕਿ ਜਿਹੜੇ ਲੋਕ ਕਾਰੋਬਾਰ ਨਾਲ ਜੁੜੇ ਲੋਕ ਨੇ, ਉਹਨਾਂ ਦੀ ਨੀਅਤ ਨੀਤੀ ਦੇ ਵਿੱਚ ਇਹ ਚੀਜ਼ ਹੁੰਦੀ ਨਹੀਂ ਕਿ ਅਸੀਂ ਬੈਂਕ ਕਰਪਟ ਹੋਣਾ, ਪਰ ਜੇ ਕੋਈ ਮਜਬੂਰਨ ਵਸ ਹੋ ਜਾਂਦਾ ਤੇ ਜੇ ਕਿਸਾਨਾਂ ਵਾਸਤੇ ਕੋਈ ਪਾਲਿਸੀ ਬਣ ਸਕਦੀ ਹੈ ਤੇ ਫਿਰ ਇਹਨਾਂ ਵਾਸਤੇ ਵੀ ਸਰਕਾਰਾਂ ਨੂੰ ਬਣਾਉਣੀ ਚਾਹੀਦੀ ਆ। ਤੇ ਮੇਰੀ ਇਹ ਬੇਨਤੀ ਆ। ਬਾਕੀ ਦੇਖੋ, ਸੋਚ ਇਹ ਹੋਣੀ ਚਾਹੀਦੀ ਹੈ ਕਿ ਜੇ ਮੈਂ ਕਰਜ਼ਾ ਲਿਆ ਤੇ ਮੈਂ ਵਾਪਸ ਕਰਨਾ, ਮਾਫੀ ਲੈਣ ਵਾਲੇ ਬੰਦੇ ਨੂੰ ਸਾਨੂੰ ਆਪਣੀ ਰੁਝਾਨ ਨੂੰ ਘਟਾਉਣਾ ਪਏਗਾ। ਦੇਖੋ, ਜਿੰਨਾ ਚਿਰ ਸਾਡੀ ਸੋਚ ਪੋਜ਼ਿਟਿਵ ਨਹੀਂ ਹੋਏਗੀ ਉਹਨਾਂ ਚਿਰ ਤੱਕ ਅਸੀਂ ਤਰੱਕੀ ਹੀ ਨਹੀਂ ਕਰ ਸਕਦੇ। ਔਰ ਮੈਂ ਇੱਕ ਚੀਜ਼ ਮਹਿਸੂਸ ਇਹ ਕੀਤੀ ਹੈ ਵੀ ਸਾਡੇ ਪੰਜਾਬੀਆਂ ਦੇ ਇਹ ਕਹਿੰਦਾ ਚਲੋ ਲੈ ਲਓ, ਅਸੀਂ ਕਿਹੜਾ ਦੇਣੇ ਆ। ਜਿਹੜੀ ਇਹ ਸੋਚ ਆ ਨਾ, ਉਹਨੇ ਇਹ ਬੇੜਾ ਗਰਕ ਕੀਤਾ ਹੋਇਆ ਵਾ। ਤੇ ਇਹਦੇ ਵਿੱਚ ਸਾਨੂੰ ਸਭ ਤੋਂ ਪਹਿਲਾਂ ਆਪਣੀ ਸੋਚ ਬਦਲਣ ਦੀ ਜ਼ਰੂਰਤ ਆ ਵੀ ਭਾਈ ਜੇ ਲਏ ਆ ਤੇ ਫਿਰ ਦੇਣੇ ਵੀ ਆ, ਲਏ ਆ ਤਾਂ ਦੇਣੇ ਵੀ ਜਿਹੜੇ ਆ ਜ਼ਰੂਰ ਚਾਹੀਦੇ। ਦੇਣ ਦਾ ਪਹਿਲਾਂ ਯੋਜਨਾ ਕਰਨੀ ਚਾਹੀਦੀ ਕਿ ਭਾਵੇਂ ਮੈਂ ਮੋੜਨੇ ਕਿੱਥੋਂ ਆ, ਕਿਉਂਕਿ ਜੇ ਇਸ ਤਰ੍ਹਾਂ ਦੇ ਅਸੀਂ ਹਾਲਾਤ ਪੈਦਾ ਕਰ ਜਾਂਦੇ ਬੈਂਕਾਂ ਤੋਂ ਲੋਨ ਲੈ ਕੇ ਮੁੜ ਕੇ ਮੋੜਦੇ ਨਹੀਂ, ਤੇ ਜਿਹੜੇ ਦੂਜੇ ਲੋਕ ਸਿੰਸੀਅਰ ਲੋਕ ਨੇ ਜਿਹੜੇ ਲੈ ਕੇ ਚੰਗਾ ਕਾਰੋਬਾਰ ਕਰਨਾ ਚਾਹੁੰਦੇ, ਅੱਗੇ ਵਧਣਾ ਚਾਹੁੰਦੇ, ਤੇ ਉਹਨਾਂ ਵਾਸਤੇ ਮੁਸ਼ਕਲਾਂ ਜਿਹੜੀਆਂ ਜ਼ਰੂਰ ਖੜੀਆਂ ਹੋ ਜਾਂਦੀਆਂ। ਆਮ ਤੌਰ ਤੇ ਮੰਜਲ ਸਾਹਿਬ, ਜਿੱਥੇ ਅਸੀਂ ਜ਼ਿੰਮੇਵਾਰੀਆਂ ਦੀ ਗੱਲ ਕਰਦੇ ਹਾਂ ਉੱਥੇ ਸਰਕਾਰਾਂ ਦੀਆਂ ਵੀ ਕੁਝ ਜ਼ਿੰਮੇਵਾਰੀਆਂ ਬਣਦੀਆਂ ਨੇ। ਸਰਕਾਰਾਂ ਕਈ ਵਾਰੀ ਗੱਲ ਚੱਲਦੀ ਹੁੰਦੀ ਹੈ ਕਿ ਠੀਕ ਹੈ ਯਾਰ, ਜਿਹੜਾ ਅੱਜ ਹਾਲਾਤ ਇਦਾਂ ਦੇ ਪੈਦਾ ਹੋ ਗਏ, ਅੱਜ ਲੋਕਾਂ ਨੂੰ ਇਲਾਜ ਵਾਸਤੇ ਮੁਫਤ ਇਲਾਜ ਦੀ ਬਹੁਤ ਵੱਡੀ ਲੋੜ ਹੈ, ਸਰਕਾਰਾਂ ਮੁਫਤ ਇਲਾਜ ਦੇਣ। ਅੱਜ ਸਮਾਂ ਇਦਾਂ ਦਾ ਆ ਗਿਆ ਕਿ ਬੰਦੇ ਨੂੰ ਅੱਖਰ ਗਿਆਨ ਹੋਣਾ ਜ਼ਰੂਰੀ ਹੈ, ਉਹਨੂੰ ਪੜ੍ਹਨਾ ਲਿਖਣਾ ਜ਼ਰੂਰੀ ਹੈ, ਉਹਦੇ ਕੋਲ ਡਿਗਰੀ ਹੋਣੀ ਵੀ ਜ਼ਰੂਰੀ ਹੈ। ਲੋਕੀ ਸਿੱਖਿਆ ਦੇ ਖੇਤਰ ਦੇ ਵਿੱਚ ਵੀ ਜਿਹੜਾ ਉਹ ਸਰਕਾਰਾਂ ਉਹਨਾਂ ਲੋਕਾਂ ਦੀ ਮਦਦ ਕਰਨ ਤਾਂ ਕਿ ਉਹ ਮੁਕਾਬਲੇ 'ਚ ਖੜ ਸਕੇ, ਗਰੀਬ ਵਿਅਕਤੀ ਜਿਹੜਾ ਨਹੀਂ ਖੜ ਸਕਦਾ। ਪਰ ਇਹ ਇੱਕ ਨਵਾਂ ਮੁਕਾਬਲਾ ਪੰਜਾਬ ਦੇ ਵਿੱਚ ਜਿਹੜਾ ਇੱਕ ਨਵੀਂ ਚੀਜ਼ ਜਿਹੜੀ ਹੈ ਸਰਕਾਰ ਲੈ ਕੇ ਆਈ ਹੋਈ ਹੈ, ਉਹਦੇ ਨਾਲ ਜਿਹੜੀ ਹੈ ਲੱਗਦਾ ਸੀ ਕਿ ਆਮ ਲੋਕਾਂ ਨੂੰ ਰਾਹਤ ਮਿਲੇਗੀ, ਮਿਲ ਵੀ ਰਹੀ ਹੈ, ਪਰ ਨਾਲ ਦੀ ਨਾਲ ਉਹਦੇ ਨਾਲ ਸਮੱਸਿਆਵਾਂ ਵੀ ਖੜੀਆਂ ਹੋ ਰਹੀਆਂ ਨੇ। ਜਿੱਥੇ ਇੱਕ ਪਾਸੇ ਪੰਜਾਬ ਦੀ ਗੱਲ ਕਰਦੇ ਆ, ਪੰਜਾਬ ਦੇ ਵਿੱਚ ਜਿਹੜਾ ਇਹਨਾਂ ਦਿਨਾਂ 'ਚ ਜਿੰਨਾ ਪਾਰਾ ਹੁੰਦਾ ਉਹਦੇ ਨਾਲ ਇਸ ਵੇਲੇ 4 ਡਿਗਰੀ ਜ਼ਿਆਦਾ ਆ, ਤੇ ਬਿਜਲੀ ਦੀ ਡਿਮਾਂਡ ਜਿਹੜੀ ਹੈ ਉਹ 14,000 ਤੋਂ ਪਾਰ ਹੋ ਚੁੱਕੀ ਹੈ, ਤੇ ਕੱਟ ਦੀ ਜਿਹੜੀਆਂ 24,000 ਸ਼ਿਕਾਇਤਾਂ ਆ ਚੁੱਕੀਆਂ ਨੇ। ਔਸਤਨ ਕਹਿੰਦਾ 4 ਤੋਂ 5 ਘੰਟੇ ਦੇ ਬਿਜਲੀ ਦੇ ਕੱਟ ਜਿਹੜੇ ਆ ਪੰਜਾਬ 'ਚ ਲੱਗਣੇ ਸ਼ੁਰੂ ਹੋ ਗਏ ਆ, ਤੇ ਰੋਪੜ ਪਾਵਰ ਥਰਮਲ ਪਲਾਂਟ ਦਾ ਇੱਕ ਜਿਹੜਾ ਯੂਨਿਟ ਉਹ ਵੀ ਬੰਦ ਹੋ ਗਿਆ। ਮਾਨ ਸਾਹਿਬ ਤਾਂ ਕਹਿੰਦੇ ਸੀਗੇ ਕਿ ਸਾਡੇ ਕੋਲ ਨਾ ਕੋਲੇ ਦੀ ਕਮੀ ਨਾ ਕਿਸੇ ਚੀਜ਼ ਦੀ, ਬਿਜਲੀ ਕਹਿੰਦੇ ਝਮੱਕਾ ਵੀ ਨਹੀਂ ਮਾਰੂਗੀ, ਕਿ ਮੈਨੂੰ ਲੱਗਦਾ ਝਮੱਕਾ ਕੀ ਮਾਰਨਾ, ਉਹ ਤਾਂ ਫਿਰ ਪੂਰਾ ਵਧੀਆ ਤਰੀਕੇ ਦੇ ਨਾਲ ਜਿਹੜੀ ਤਸੱਲੀ ਲੋਕਾਂ ਦੀ ਕਰਾ ਜਾਂਦੀ ਆ। ਕਿਵੇਂ ਦੇਖਦੇ ਹੋ ਸੰਧੂ ਸਾਹਿਬ? ਮੇਰਾ ਇਹ ਮੰਨਣਾ ਆ ਕਿ ਇਹਦੇ ਵਿੱਚ ਸਰਕਾਰਾਂ ਦੇ ਨਾਲ ਸਾਡੇ ਲੋਕ ਵੀ ਕਸੂਰਵਾਰ ਨੇ। ਜੰਗਲ ਅਸੀਂ ਬੜੀ ਤੇਜ਼ੀ ਨਾਲ ਖਤਮ ਕਰ ਦਿੱਤੇ ਨੇ, ਰੁੱਖ ਨਵੇਂ ਲੱਗ ਨਹੀਂ ਰਹੇ, ਪਰਿਆਵਰਨ ਦੇ ਪ੍ਰਤੀ ਅਸੀਂ ਬਿਲਕੁਲ ਜਾਗਰੂਕ ਨਹੀਂ ਹੈਗੇ। ਜਿੱਥੇ ਸਰਕਾਰ ਨੂੰ ਇਹਦੇ 'ਚ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਤੇ ਸਾਡੇ ਆਮ ਲੋਕਾਂ ਨੂੰ ਵੀ ਇਹਦੇ 'ਚ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਆ। ਅਸੀਂ ਹਰ ਚੀਜ਼ ਫ੍ਰੀ ਵੰਡਣ ਤੁਰ ਪੈਂਦੇ ਆ, ਪਰ ਲੇਕਿਨ ਉਹਦੇ ਵਿੱਚ ਇੱਕ ਮਾਪਦੰਡ ਤੈਅ ਕਰ ਦਿੱਤੇ ਜਾਣ ਵੀ ਜਿੰਨੇ ਵੀ ਫ੍ਰੀ ਸਹੂਲਤ ਲੈਣੀ ਆ, ਕਿਸਾਨਾਂ ਦੀ ਬਿਜਲੀ ਮਾਫ ਹੈ ਭਾਈ, ਉਸ ਕਿਸਾਨ ਦੀ ਬਿਜਲੀ ਮਾਫ ਹੋਏਗੀ ਜਿਹੜਾ 100 ਰੁੱਖ ਲਗਾਏਗਾ। ਅੱਜ ਤੁਸੀਂ ਰੁੱਖਾਂ ਦੀ ਇੱਥੇ ਛਾਂ ਕਰਦੇ ਹੋ ਪੰਜਾਬ ਦੇ ਵਿੱਚ, ਤੇ ਆਪਣੇ ਆਪ ਪਾਰਾ ਥੱਲੇ ਆ ਜਾਏਗਾ। ਬੇਸਿਕਲੀ ਰੁੱਖ ਅਸੀਂ ਇੰਨੀ ਵੱਡੀ ਗਿਣਤੀ 'ਚ ਵੱਢ ਚੁੱਕੇ ਆ, ਕਿਸੇ ਰੂਪ 'ਚ ਵੀ, ਚਾਹੇ ਸੜਕਾਂ ਚੌੜੀਆਂ ਕਰਨ ਦੇ ਰੂਪ 'ਚ ਕਹਿ ਲਓ ਜਾਂ ਕਿਸੇ ਵੀ ਰੂਪ 'ਚ, ਅਸੀਂ ਰੁੱਖਾਂ ਦੀ ਕਟਾਈ ਬੜੇ ਵੱਡੇ ਲੈਵਲ ਤੇ ਕਰ ਦਿੱਤੀ। ਪਰ ਉਸ ਲੈਵਲ ਦੇ ਉੱਤੇ ਰੁੱਖ, ਹਾਂ ਕੁਝ ਪ੍ਰਾਈਵੇਟ ਸੰਸਥਾਵਾਂ ਹੈਗੀਆਂ ਨੇ, ਜਿਵੇਂ ਹਰਿਆਵਲ ਪੰਜਾਬ ਨਾਂ ਦੀ ਸੰਸਥਾ ਨੇ, ਕੁਝ ਹੋਰ, ਮੈਂ ਇੱਕ ਸਿੰਪਲ ਐਗਜ਼ਾਮਪਲ ਗੱਲ ਕਰ ਰਿਹਾ, ਇਦਾਂ ਦੀਆਂ ਬੜੀਆਂ ਸੰਸਥਾਵਾਂ ਨੇ ਜਿਹੜੀਆਂ ਇਸ ਦੇ ਉੱਤੇ ਕੰਮ ਕਰ ਰਹੀਆਂ ਨੇ, ਪਰ ਉਹਨਾਂ ਦੀ ਇੱਕ ਲਿਮਿਟੇਸ਼ਨ ਹੈ, ਉਹ ਇੱਕ ਲਿਮਿਟ ਤੱਕ ਕੰਮ ਕਰ ਰਹੀਆਂ ਨੇ, ਜਿੰਨੇ ਕੋ ਜਿਹੜੇ ਸਾਥੀ ਨੇ, ਸਹਿਯੋਗੀ ਨੇ, ਉਹ ਕਰ ਰਹੇ ਨੇ। ਪਰ ਇਹ ਜ਼ਿੰਮੇਵਾਰੀ ਤੁਹਾਨੂੰ, ਮੈਨੂੰ, ਸਾਰਿਆਂ ਨੂੰ ਸਮਝਣੀ ਪਏਗੀ ਕਿ ਹਰ ਵਿਅਕਤੀ, ਮੈਂ ਇੱਕ ਪਿੱਛੇ ਜੇ ਲੇਖ ਪੜਿਆ ਸੀ ਵੀ ਜਿੰਨੀ ਲੱਕੜ ਸਾਡੇ ਉੱਤੇ ਪੈਂਦੀ ਹੈ ਨਾ ਸਰੀਰ ਦੇ ਉੱਤੇ ਸੰਸਕਾਰ ਵੇਲੇ, ਘੱਟੋ ਘੱਟ ਉਹਦਾ 5 ਗੁਣਾ ਦੇ ਰੁੱਖ ਹੀ ਲਗਾ ਦਈਏ। ਤੇ ਜੇ ਅਸੀਂ ਇਹ ਜ਼ਿੰਮੇਵਾਰੀ ਹਰ ਵਿਅਕਤੀ ਆਪਣੇ ਤੇ ਮੋਢਿਆਂ ਤੇ ਚੁੱਕ ਲਵੇ ਵੀ ਮੈਂ 5 ਰੁੱਖ ਲਗਾਣੇ ਨੇ ਤੇ ਉਹਨਾਂ ਨੂੰ ਪਾਲਣਾ ਆ, ਤੇ ਮੇਰਾ ਇਹ ਮੰਨਣਾ ਹੈ ਪਰਿਆਵਰਨ ਦੇ ਨਾਲ ਅਸੀਂ ਨਜਿੱਠਣ 'ਚ ਕਾਮਯਾਬ ਹੋ ਜਾਾਂਗੇ। ਜਿਹੜੀ ਇਹ ਗਰਮੀ ਜਾਂ ਪ੍ਰਕੋਪ ਏਡੇ ਵੱਡੇ ਲੈਵਲ ਤੇ ਵੀ ਆਮ ਦਿਨਾਂ ਤੋਂ 4% ਟੈਂਪਰੇਚਰ ਜਿਹੜਾ ਵਾ ਉਹ ਵੱਧ ਆ ਰਿਹਾ ਵਾ, ਇਹ ਚਿੰਤਾ ਦਾ ਵਿਸ਼ੇ ਆ। ਇਹਦਾ ਕਾਰਨ ਜਿਹੜਾ ਆ ਉਹ ਸਿਰਫ ਤੇ ਸਿਰਫ ਇਹ ਆ ਕਿ ਅਸੀਂ ਲੋਕ ਜਿਹੜੇ ਬਨਸਪਤੀ ਤੋਂ ਦੂਰ ਜਾ ਰਹੇ ਆ। ਜੇ ਬਨਸਪਤੀ ਦੀ ਅਸੀਂ ਸੇਵਾ ਕਰਾਂਗੇ, ਉਹ ਪਰਿਆਵਰਨ ਦੀ ਅਸੀਂ ਸੇਵਾ ਕਰਾਂਗੇ, ਤੇ ਪਰਿਆਵਰਨ ਸਾਡੀ ਵੀ ਸੇਵਾ ਕਰੇਗਾ। ਤੇ ਇਹ ਇੱਕ ਬੜੀ ਕੁਦਰਤ ਦਾ ਨਿਯਮ ਆ ਇਹ। ਤੇ ਜੇ ਅਸੀਂ ਕਿਸੇ ਨੂੰ ਕੁਝ ਦੇਵਾਂਗੇ ਤੇ ਉਹਦੇ ਕੋਲ ਕੁਝ ਲੈ ਲਾਂਗੇ, ਤੇ ਜੇ ਅਸੀਂ ਉਹਦੇ ਕੋਲ ਸਿਰਫ ਖੋਈ ਜਾਵਾਂਗੇ ਤੇ ਫਿਰ ਉਹ ਵੀ ਸਾਡੇ ਕੋਲ ਸਭ ਕੁਝ ਖੋ ਕੇ ਲੈ ਜਾਏਗੀ। ਤੇ ਮੇਰੀ ਇਹ ਬੇਨਤੀ ਆ ਕਿ ਜੇ ਇਹੋ ਜਿਹੀਆਂ ਸੰਸਥਾਵਾਂ ਜਿਵੇਂ ਹਰਿਆਵਲ ਪੰਜਾਬ ਜਾਂ ਹੋਰ ਜਿਹੜੀਆਂ ਸੰਸਥਾਵਾਂ ਨੇ, ਇਹਨਾਂ ਨਾਲ ਜੁੜ ਕਰਕੇ ਆਪਾਂ ਲੋਕ ਆਪਣੀ ਜ਼ਿੰਮੇਵਾਰੀ ਨੂੰ ਸਮਝੀਏ ਤੇ ਸਰਕਾਰਾਂ ਵੀ ਇਹਦੇ 'ਚ ਆਪਣਾ ਰੋਲ ਅਦਾ ਕਰਨ।
ਜਦੋਂ ਅਸੀਂ ਸੜਕਾਂ ਦੇ ਨਾਮ ਦੇ ਉੱਤੇ ਇਹਨਾਂ ਨੇ ਰੁੱਖ ਵੱਢ ਕੇ ਲੈ ਜਾਂਦੇ ਆ, ਕੀ ਉਹਦੇ ਕੰਪੈਰੀਟਿਵਲੀ ਉਹਦੇ ਬਰਾਬਰ ਦੇ ਰੁੱਖ ਲਗਾਉਣੇ ਆ ਕਿਤੇ? ਕੋਈ ਇਸ ਤਰ੍ਹਾਂ ਦਾ ਮਾਪਦੰਡ ਹੈਗਾ ਵਾ? ਜੇ ਲਗਾਏ ਨੇ ਤਾਂ ਉਹਦੀ ਕੋਈ ਐਗਜ਼ਾਮਪਲ ਦੇ ਦਿਓ ਵੀ ਭਾਈ ਉੱਥੋਂ ਅਸੀਂ 10,000 ਰੁੱਖ ਵੱਢਿਆ ਤੇ 10,000 ਰੁੱਖ ਉਸੇ ਕਿਸਮ ਦਾ ਹੀ ਫਲਾਣੀ ਜਗ੍ਹਾ ਤੇ ਲਾ ਦਿੱਤਾ। ਜੀ ਬਿਲਕੁਲ ਜੀ। ਇੱਕ ਤੇ ਇਹ ਪੱਖ ਹੈ, ਜਿਵੇਂ ਸੜਕਾਂ ਚੌੜੀਆਂ ਹੁੰਦੀਆਂ ਨੇ ਉੱਥੇ ਸਰਕਾਰਾਂ ਦਾ ਫਰਜ਼ ਬਣਦਾ ਕਿ ਪਹਿਲਾਂ ਰੁੱਖ ਜਿਹੜੇ ਆ ਉਹ ਲਾਏ ਜਾਣ ਉਸ ਖੇਤਰ ਦੇ ਵਿੱਚ। ਇੱਕ ਤਾਂ ਉੱਥੇ ਕਬਜ਼ਾ ਲੈ ਲਿਆ ਜਾਏਗਾ, ਤੇ ਦੂਜਾ ਜਦੋਂ ਉਹਦੇ ਨੇੜਲੇ ਰੁੱਖ ਵੱਢ ਕੇ ਸੜਕ ਚੌੜੀ ਕਰੇਗੀ ਤੇ ਆਲਰੇਡੀ ਉੱਥੇ ਜਿਹੜੀ ਪਹਿਲਾਂ ਹੀ ਜਿਹੜੀ ਛਾਂ ਮੌਜੂਦ ਹੋਗੀ, ਰੁੱਖਾਂ ਦੀ ਕਮੀ ਨਹੀਂ ਆਏਗੀ। ਪਰ ਦੂਜੇ ਪਾਸੇ ਨਾਲ ਦੀ ਨਾਲ ਗੱਲ ਕਰਦੇ, ਲੋਕਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਮੰਜ਼ਲ ਸਾਹਿਬ ਜਾਗਰੂਕਤਾ ਦੀ ਬੜੀ ਕਮੀ ਹੈ, ਕਿਉਂਕਿ ਆਮ ਤੌਰ ਤੇ ਅਸੀਂ ਜਾਈਦਾ ਤੇ ਕਿਤੇ ਜੇ ਸੜਕ ਦੇ ਕਿਨਾਰੇ ਤੇ ਕਿਸੇ ਪੌਦੇ ਲਾਉਣ ਦਾ ਕੋਈ ਯੋਜਨਾ ਕਰ ਲੈਂਦਾ, ਕੋਈ ਸਮਾਜ ਸੇਵੀ ਸੰਸਥਾ ਯੋਜਨਾ ਕਰ ਲੈਂਦੀ, ਤੇ ਉੱਥੇ ਆ ਕੇ ਕਈ ਵਾਰੀ ਜੱਟ ਜ਼ਿਮੀਂਦਾਰ ਜਿਹੜੇ ਆ ਉਹ ਪਤਾ ਨਹੀਂ ਕਿਹੜੀ ਤਕਨੀਕ ਦਾ ਇਸਤੇਮਾਲ ਕਰਦੇ, ਜਿਹੜੇ ਕਹਿੰਦੇ ਜੀ ਵੀ ਜੇ ਰੁੱਖ ਲੱਗ ਗਿਆ ਸਾਡੇ ਖੇਤ ਵਿੱਚ ਤਾਂ ਸਾਡਾ ਝਾੜ ਉਹਦੇ ਥੱਲੇ ਘਟ ਜਾਣਾ ਆ। ਤੇ ਇਹ ਝਾੜ ਘਟਣ ਦੇ ਨਾਂ ਦੇ ਉੱਤੇ ਵੀ ਜਿਹੜਾ ਇਹ ਕੰਮ ਜਿਹੜਾ ਕਾਫੀ ਜਿਹੜਾ ਉਹ ਰੁਕਾਵਟ ਪੈਦਾ ਕਰ ਰਿਹਾ। ਤੁਸੀਂ ਬਹੁਤ ਅੱਛਾ ਵਿਚਾਰ ਦਿੱਤਾ ਕਿ ਭਾਈ ਸਬਸਿਡੀ ਉਹਨੂੰ ਦਿਓ, ਰਿਆਇਤ ਉਹਨੂੰ ਦਿਓ ਜਿਹੜਾ ਕਿ ਕੁਦਰਤ ਨੂੰ ਬਚਾਉਣ ਦੇ ਵਿੱਚ ਆਪਣਾ ਕੋਈ ਨਾ ਕੋਈ ਯੋਗਦਾਨ ਪਾਉਂਦਾ। ਪਰ ਕੀ ਕਰਾਂਗੇ? ਆਮ ਲੋਕਾਂ ਨੂੰ ਤੇ ਅਸੀਂ ਦੇ ਦਿਆਂਗੇ ਜੀ, ਆਮ ਲੋਕਾਂ ਲਈ ਤਾਂ ਸਰਕਾਰ ਕਰ ਲੂ ਸਾਰਾ, ਇਹ ਪ੍ਰਬੰਧ ਕਰ ਲੂਗੀ। ਪਰ ਹੁਣ ਜਦੋਂ ਦੇਸ਼ਾਂ ਦੀ ਗੱਲ ਆ ਜਾਂਦੀ ਹੈ, ਦੇਸ਼ ਦਾ ਜਿਹੜੇ ਉਹ ਤਬਾਹੀ ਵੱਲ ਨੂੰ ਲਗਾਤਾਰ ਵੱਧਦੇ ਨਜ਼ਰ ਆ ਰਹੇ ਆ। ਖਬਰ ਅੱਜ ਦੀ ਯੂਕਰੇਨ ਦੇ ਬਾਰੇ ਆ। ਯੂਕਰੇਨ ਤੇ ਰਸ਼ੀਆ ਦਾ ਯੁੱਧ ਬੜਾ ਲੰਬਾ ਚੱਲ ਰਿਹਾ, ਪਰ ਕਹਿੰਦੇ ਹੁਣ ਯੂਕਰੇਨ ਨੂੰ ਯੂਰੇਨੀਅਮ ਬੰਬ ਦੇਣ ਦੀ ਤਿਆਰੀ ਕਰ ਲਈ ਆ ਅਮਰੀਕਾ ਨੇ। ਪਹਿਲਾਂ ਇਰਾਕ ਵਿੱਚ ਇਸੇ ਕਾਰਨ ਜਿਹੜਾ ਕੈਂਸਰ ਵਧਿਆ ਸੀ, ਤੇ ਜੇ ਯੂਕਰੇਨ ਜਿਹੜਾ ਇਹ ਬੰਬ ਨੂੰ ਚਲਾ ਦਿੰਦਾ, ਕਹਿੰਦੇ ਇਹਦੇ ਨਾਲ ਕੈਂਸਰ ਤੱਕ ਜਿਹੜਾ ਉਹ ਵਧਿਆ ਜਾਵੇ। ਉਹਨੂੰ ਕੈਂਸਰ ਬੰਬ ਹੀ ਕਹਿੰਦੇ, ਕਹਿ ਲਈਏ, ਇਹ ਘੱਟ ਨਹੀਂ। ਕਹਿੰਦੇ ਜਿਹੜਾ ਹਥਿਆਰ ਟਿਕਾਣੇ ਸਿਰ ਪਹੁੰਚ ਗਿਆ ਉਹ ਤਾਂ ਪਹੁੰਚ ਗਿਆ, ਨੁਕਸਾਨ ਕਰੂ। ਕਹਿੰਦੇ ਜਿਹੜੇ ਉੱਥੇ ਨਹੀਂ ਪਹੁੰਚ ਸਕਦੇ ਨਾ, ਉਹ ਜ਼ਮੀਨ ਹੇਠਲੇ ਪਾਣੀ ਤੇ ਮਿੱਟੀ ਜਿਹੜੀ ਹੈ ਉਹ ਸਾਰੀ ਚੀਜ਼ ਜਿਹੜਾ ਉਹ ਜ਼ਹਿਰ ਘੋਲ ਦੇਣਗੇ, ਜਿਹਦੇ ਨਾਲ ਜਿਹੜਾ ਸਾਰੇ ਪਾਸੇ ਵਾਤਾਵਰਣ ਜ਼ਹਿਰੀਲਾ ਹੋ ਜੂ। ਫਿਰ ਕੀ ਬਣੂ ਦੁਨੀਆ ਦਾ? ਇਹਨਾਂ ਨੂੰ ਕੌਣ ਸਮਝਾਊ ਚੌਧਰੀਆਂ? ਸੰਧੂ ਸਾਹਿਬ, ਇੱਕ ਸ੍ਰਿਸ਼ਟੀ ਦਾ ਨਿਯਮ ਹੈ, ਜਿਸ ਵੀ ਵਿਅਕਤੀ ਨੇ, ਜਿਸ ਵੀ ਸਰਕਾਰ ਨੇ, ਜਿਸ ਵੀ ਲੋਕਾਂ ਨੇ ਉਸ ਪਰਮਾਤਮਾ ਦਾ ਅੰਤ ਲੈਣ ਦੀ ਕੋਸ਼ਿਸ਼ ਕੀਤੀ ਹੈ ਨਾ, ਤੇ ਅਖੀਰ ਪਰਮਾਤਮਾ ਨੇ ਉਹਨੂੰ ਉਸ ਦੀ ਬਣਦੀ ਸਜ਼ਾ ਦਿੱਤੀ ਜ਼ਰੂਰ ਹੈ। ਤੇ ਜੇ ਅੱਜ ਅਮਰੀਕਾ ਜਾਂ ਯੂਕਰੇਨ ਜਾਂ ਰਸ਼ੀਆ ਕੋਈ ਵੀ ਐਸੀ ਹਰਕਤ, ਇਹ ਇਨਸਾਨੀਅਤ ਨਾਲ ਖਿਲਵਾੜ ਦੀ ਗੱਲ ਹੈ, ਔਰ ਇਨਸਾਨੀਅਤ ਨਾਲ ਖਿਲਵਾੜ ਕਰੇਗੀ ਤੇ ਫਿਰ ਉਹਦੀ ਜਿਹੜੀ ਸਜ਼ਾ ਹੈ ਉਹ ਪਰਮਾਤਮਾ ਨੇ ਦੇਣੀ ਵੀ ਜ਼ਰੂਰ ਹੈ। ਬਟ ਇਹ ਚੀਜ਼ਾਂ ਦੇ ਉੱਤੇ ਰੋਕ ਲੱਗਣੀ ਚਾਹੀਦੀ ਆ। ਔਰ ਮੈਂ ਪ੍ਰਧਾਨ ਮੰਤਰੀ ਸਾਹਿਬ ਨੂੰ ਬੇਨਤੀ ਕਰਾਂਗਾ, ਤੁਸੀਂ, ਕਿਉਂਕਿ ਅੱਜ ਵਰਲਡ ਦੇ ਵਿੱਚ ਇੱਕ ਲੀਡਰ ਐਸਾ ਵਾ ਜਿਹਦੀ ਹਰ ਕੋਈ ਲੀਡਰ ਗੱਲ ਸੁਣਨੀ ਚਾਹੁੰਦਾ, ਚਾਹੇ ਉਹ ਰਸ਼ੀਆ, ਚਾਹੇ ਯੂਕਰੇਨ, ਚਾਹੇ ਅਮਰੀਕਾ, ਉਹ ਨਰਿੰਦਰ ਮੋਦੀ ਜੀ ਨੇ। ਮੋਦੀ ਜੀ ਨੂੰ ਮੈਂ ਬੇਨਤੀ ਕਰਾਂਗਾ ਕਿ ਇਸ ਮਾਮਲੇ ਦੇ ਵਿੱਚ ਤੁਸੀਂ ਆਪਣਾ ਪੁਖਤਾ ਰੋਲ ਨਿਭਾਉਂਦੇ ਹੋਏ ਕੋਈ ਐਸਾ ਵਿਚਲਾ ਰਸਤਾ ਜ਼ਰੂਰ ਕੱਢੋਗੇ ਇਹ ਯੁੱਧ ਰੁਕ ਸਕੇ, ਔਰ ਇਸ ਯੁੱਧ ਨੂੰ ਰੋਕਣ ਦੇ ਵਿੱਚ ਤੁਸੀਂ ਆਪਣਾ ਰੋਲ ਅਦਾ ਕਰੋ। ਔਰ ਅਮਰੀਕਾ ਨੂੰ ਵੀ ਇਹਦੀ ਤਕੀਦ ਕੀਤੀ ਜਾਵੇ ਕਿ ਭਾਈ ਐਸੀ ਇਹ ਇਨਸਾਨੀਅਤ ਦੇ ਵਿਰੁੱਧ ਚੀਜ਼ਾਂ ਨੇ, ਤੇ ਜੇ ਅਸੀਂ ਇਨਸਾਨੀਅਤ ਨੂੰ ਬਚਾਉਣ ਦੀ ਗੱਲ ਕਰਦੇ ਹਾਂ, ਤਰੱਕੀ ਦੀ ਗੱਲ ਕਰਦੇ ਹਾਂ, ਤੇ ਜੇ ਅਸੀਂ ਕੈਂਸਰ ਵਰਗੀਆਂ ਬਿਮਾਰੀਆਂ ਫੈਲਾਉਣ ਦਾ ਅੱਗੇ ਵਧਾਂਗੇ ਤੇ ਫਿਰ ਅਸੀਂ ਕਿੱਦਾਂ ਇਨਸਾਨੀਅਤ ਦੀ ਤਰੱਕੀ ਚਾਹ ਸਕਦੇ ਹਾਂ? ਇਹ ਹੋਣਾ ਨਹੀਂ ਚਾਹੀਦਾ। ਇਹ ਇਨਸਾਨੀਅਤ ਦੇ ਖਿਲਾਫ ਕੰਮ ਹੈ, ਇਹ ਕਿਸੇ ਵੀ ਰੂਪ 'ਚ ਨਹੀਂ ਹੋਣਾ ਚਾਹੀਦਾ। ਔਰ ਕੀ ਕਹਿ ਸਕਦੇ ਹਾਂ, ਸਾਡਾ ਤੇ ਕੋਈ ਜ਼ੋਰ ਨਹੀਂ ਇਹਨਾਂ ਚੀਜ਼ਾਂ ਦੇ ਉੱਤੇ। ਔਰ ਰੂਸ ਨੂੰ ਔਰ ਯੂਕਰੇਨ ਦੋਨਾਂ ਨੂੰ ਇਹਦੇ ਤੇ ਕੋਈ ਸੰਧੀ ਜ਼ਰੂਰ ਬਣਾਉਣੀ ਚਾਹੀਦੀ ਆ। ਅਸੀਂ ਨਿੱਕੀਆਂ ਗੱਲਾਂ ਪਿੱਛੇ ਇਸ਼ੂ ਬਣਾ ਲੈਂਦੇ ਆ ਤੇ ਮੁੜ ਕੇ ਉਸ ਘਾਣ ਕਿਹਦਾ ਹੁੰਦਾ? ਆਮ ਲੋਕਾਂ ਦਾ। ਉਹ ਪ੍ਰਭੂ ਦੀ ਬਣਾਈ ਅਸੀਂ ਇੱਕ ਫੁਲਵਾੜੀਆਂ ਤੇ ਪ੍ਰਭੂ ਦੇ ਫੁੱਲਾਂ ਦਾ ਨੁਕਸਾਨ ਅਸੀਂ ਕਰ ਰਹੇ ਆ, ਤੇ ਪ੍ਰਭੂ ਨਾਲ ਪੰਗੇ ਨਹੀਂ ਲੈਣੇ ਚਾਹੀਦੇ। ਜਦੋਂ ਫਿਰ ਉਹ ਪੰਗੇ ਲੈਣ ਤੇ ਆਉਂਦਾ ਤੇ ਫਿਰ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦੇ ਨੇ। ਮੇਰੇ ਹਿਸਾਬ ਨਾਲ ਉਹਦੀ ਬਣਾਈ ਖਲਕਤ ਦੇ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ। ਬਿਲਕੁਲ ਮੰਜਾ ਸਾਹਿਬ, ਜਿਵੇਂ ਕਿ ਭਾਰਤ ਜਿਹੜਾ ਅੰਮ੍ਰਿਤ ਮਹੋਤਸਵ ਜਿਹੜਾ ਮਨਾਇਆ ਜਾ ਰਿਹਾ 75 ਸਾਲਾ, ਤੇ ਉਸ ਦੌਰ ਦੌਰਾਨ ਜੇ G20 ਦੀ ਮੀਟਿੰਗ ਹੋ ਰਹੀ ਹੈ, ਆਸੀਆਨ ਮੁਲਕਾਂ ਦਾ ਜਿਹੜੀ ਮੀਟਿੰਗ ਹੋ ਰਹੀ ਹੈ, 21 ਦੇਸ਼ਾਂ ਦੇ ਨੁਮਾਇੰਦੇ ਜਿਹੜੇ ਆ, ਪ੍ਰਧਾਨ ਨੇ ਜਿਹੜੇ ਉੱਥੋਂ ਦੇ ਮੁਖੀਏ ਨੇ, ਉਹ ਪਹੁੰਚ ਰਹੇ ਨੇ ਭਾਰਤ ਦੇ ਵਿੱਚ, ਤਸ਼ਰੀਫ ਲੈ ਕੇ ਆ ਰਹੇ ਨੇ। ਤੇ ਇੱਥੇ ਗੱਲਾਂ ਬਾਤਾਂ ਜਿਹੜੀਆਂ ਉਹ ਹਾਈ ਪੱਧਰ ਦੀਆਂ ਹੋਣਗੀਆਂ। ਤੇ ਮੈਨੂੰ ਲੱਗਦਾ ਜਿਵੇਂ ਤੁਸੀਂ ਗੱਲ ਕਹੀ ਹੈ ਕਿ ਯੂਕਰੇਨ ਵਾਲਾ ਜਾਂ ਇਸ ਤਰ੍ਹਾਂ ਦੇ ਜਿਹੜੇ ਬੰਬ ਨੇ, ਘਾਤਕ ਹਥਿਆਰ ਨੇ ਜਿਹੜੇ ਮਨੁੱਖਤਾ ਦਾ ਨੁਕਸਾਨ ਕਰਦੇ ਨੇ, ਉਹਦੇ ਕਾਬੂ ਕਰਨ ਵਾਸਤੇ ਵੀ, ਉਹਨੂੰ ਕੰਟਰੋਲ ਕਰਨ ਵਾਸਤੇ, ਉਹਨਾਂ ਨੂੰ ਡਿਫਿਊਜ਼ ਕਰਨ ਵਾਸਤੇ, ਉਹਨਾਂ ਦੀ ਵਰਤੋਂ ਨਾ ਕਰਨ ਵਾਸਤੇ, ਉਹ ਇੱਦਾਂ ਦੇ ਸਮੱਗਰੀ ਨਾ ਵੇਚਣ ਵਾਸਤੇ ਵੀ ਕੋਈ ਨਾ ਕੋਈ ਜਿਹੜਾ ਸਮਝੌਤਾ ਕਰਾਉਣ ਵਾਸਤੇ ਨਰਿੰਦਰ ਮੋਦੀ ਜਿਹੜੇ ਆ ਉਹ ਅੱਗੇ ਕਾਰਵਾਈ ਜ਼ਰੂਰ ਕਰਨਗੇ, ਤਾਂ ਕਿ ਜਿਹੜਾ ਇਹ ਅੰਮ੍ਰਿਤ ਕਾਲ ਆ ਸਿਰਫ ਭਾਰਤ ਦਾ ਹੀ ਨਹੀਂ, ਇਹ ਸਮੁੱਚੀ ਦੁਨੀਆ ਦਾ ਜਿਹੜਾ ਅੰਮ੍ਰਿਤ ਕਾਲ ਹੋ ਸਕੇ। ਫਿਰ ਹੀ ਜਿਹੜਾ ਭਾਰਤ ਵਰਸ਼ ਹੈ ਸਹੀ ਅਰਥਾਂ 'ਚ ਅਖੰਡ ਭਾਰਤ ਔਰ ਵਿਸ਼ਵ ਗੁਰੂ ਜਿਹੜਾ ਉਹ ਅਖਵਾਉਣ ਵੱਲ ਜਿਹੜਾ ਉਹ ਵਧੇਗਾ। ਇਸੇ ਕਾਮਨਾ ਦੇ ਨਾਲ ਅੱਜ ਦੀ ਗੱਲਬਾਤ ਆਪਾਂ ਇੱਥੇ ਖਤਮ ਕਰਦੇ ਹਾਂ। ਸਮੂਹ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ, ਤੇ ਮੰਜ਼ਲ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਤੁਸੀਂ ਬਹੁਤ